ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਰਹਿ ਮਹਾ ਮਾਂਝ ਮਹੱਲਾ ਪੰਜਵਾ ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ। ਤੈਨ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ। ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ। ਹਰਿ ਨਾਹ ਨ ਮਿਲਿਐ ਸਾਜਣੈ ਕਤ ਪਾਈਐ ਵਿਸ਼ਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ ਪਾਠ ਨਗਰ ਸੇ ਗਰਾਮ। ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਤਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਤਾਮ। ਵਾਹਿਗੁਰੂ। ਆਓ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਲੜੀਵਾਰ ਕਥਾ ਮੁਤਾਬਕ ਆਪਾਂ ਕਥਾ ਕਰਦੇ ਹੋਏ 133 ਅੰਗ 'ਤੇ ਪਹੁੰਚੇ ਹਾਂ। ਪੰਜਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ 12 ਮਾਹਾਂ ਆਰੰਭ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚੀ ਹੋਈ ਇਹ ਬਾਣੀ ਰਾਗੀ ਸਿੰਘਾਂ ਨੂੰ ਚੌਥੇ ਘਰ ਵਿੱਚ ਗਾਉਣ ਦਾ ਹੁਕਮ ਹੈ। ਔਰ ਇਸ ਬਾਣੀ ਦੇ ਰਚਨ ਦਾ ਕੀ ਕਾਰਨ ਹੈ। ਜਿਤਨੇ ਵੀ ਗੁਰਬਾਣੀ ਦੇ ਸ਼ਬਦ ਹਨ ਉਹਨਾਂ ਦੇ ਪ੍ਰਗਟ ਹੋਣ ਦਾ, ਪ੍ਰਕਾਸ਼ ਹੋਣ ਦਾ, ਰਚਨ ਦਾ ਕੋਈ ਨਾ ਕੋਈ ਕਾਰਨ ਬਣਿਆ। ਇਸੇ ਤਰ੍ਹਾਂ ਹੀ 12 ਮਾਹਾਂ ਦੇ ਰਚਨ ਦਾ ਜੋ ਕਾਰਨ ਹੈ, ਜੋ ਇਸ ਦੀ ਉਥਾਨਕਾ ਹੈ। ਉਥਾਨਕਾ ਦਾ ਮਤਲਬ ਹੁੰਦਾ ਹੈ
ਕਿਹੜਾ ਸ਼ਬਦ ਕਿੱਥੇ ਕਿਉਂ ਰਚਿਆ ਗਿਆ, ਕੀ ਕਾਰਨ ਬਣਿਆ ਇਹਨਾਂ ਸ਼ਬਦਾਂ ਨੂੰ ਉਚਾਰਨ ਦਾ। ਅਤੇ 12 ਮਾਹਾਂ ਦਾ ਜੋ ਕਾਰਨ ਹੈ, ਜੋ ਉਥਾਨਕਾ ਹੈ, ਦੱਸਦੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਰਾਜਮਾਨ ਸਨ, ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ, ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰ ਰਹੇ ਸਨ, ਔਰ ਗੁਰੂ ਨਾਨਕ ਦੇ ਘਰ ਦੀ ਸੇਵਾ ਵੀ ਨਿਭਾ ਰਹੇ ਸਨ। ਉਹਨਾਂ ਦਿਨਾਂ ਦੇ ਵਿੱਚ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਵਿਦਵਾਨ ਪੰਡਿਤ ਆਇਆ, ਜੋ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਹੀ ਭਾਈ ਸਾਲੋ ਦਾ ਜੋ ਗੁਰਦੁਆਰਾ ਹੈ, ਜਿਸ ਦਾ ਨਾਮ ਹੈ ਟੋਭਾ ਭਾਈ ਸਾਲੋ ਦਾ, ਭਾਈ ਸਾਲੋ ਦੀ ਧਰਮਸ਼ਾਲਾ ਉਹਦੇ ਕੋਲ ਰਹਿੰਦਾ ਸੀ। ਘਰ ਵਿੱਚ ਬੜੀ ਗਰੀਬੀ ਸੀ, ਇਸ ਕਰਕੇ ਇੱਕ ਦਿਨ ਉਸ ਨੇ ਗੁਰੂ ਘਰ ਆ ਕੇ ਆਸਰਾ ਲਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਸੰਸਕ੍ਰਿਤ ਆਦਿ ਗ੍ਰੰਥ ਪੜ੍ਹਿਆ ਹੋਇਆ ਹਾਂ, ਪਰ ਮੈਨੂੰ ਕਿਤੇ ਵੀ ਕਥਾ ਸੁਣਾਉਣ ਦਾ ਸਟੇਜ ਨਹੀਂ ਮਿਲਦੀ, ਥਾਂ ਨਹੀਂ ਮਿਲਦਾ। ਮੈਂ ਬੜਾ ਗਰੀਬ ਹਾਂ, ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ। ਜੇ ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਰੱਖ ਲਓ, ਸੰਗਰਾਂਦ ਵਾਲੇ ਦਿਨ ਮੈਂ ਸੰਗਤਾਂ ਨੂੰ ਕਥਾ ਸੁਣਾ ਦਿਆ ਕਰਾਂਗਾ ਮਹੀਨੇ ਦੀ। ਕਿ ਸਤਿਗੁਰੂ ਦਇਆ ਨਿਧ ਹੈ, ਦਇਆ ਦੇ ਖਜ਼ਾਨੇ ਹਨ। ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਨੂੰ ਤਰਸ ਆਇਆ, ਉਹਦੀ ਬੇਨਤੀ ਪ੍ਰਵਾਨ ਕੀਤੀ ਅਤੇ ਉਸ ਨੂੰ ਸੰਗਰਾਂਦ ਵਾਲੇ ਦਿਨ ਕਥਾ ਕਰਨ ਦੀ ਆਗਿਆ ਦੇ ਦਿੱਤੀ। ਤਾਂ ਹੁਣ ਹਰ ਮਹੀਨੇ ਆਉਂਦਾ ਹੈ ਅਤੇ ਸੰਗਤਾਂ ਨੂੰ ਮਹੀਨੇ ਦੀ ਕਥਾ ਸੁਣਾਉਂਦਾ ਹੈ। ਇਹ ਪਹਿਲਾਂ ਤੋਂ ਹੀ ਧਰਮ ਦੇ ਮੁਖੀ ਅਖੌਤੀ ਬ੍ਰਾਹਮਣਾਂ ਨੇ ਚਲਾਇਆ ਹੋਇਆ ਕਾਰਜ, ਸਮੇਂ ਸਮੇਂ 'ਤੇ ਆਪਣੇ ਵੇਦਾਂ ਗ੍ਰੰਥਾਂ ਮੁਤਾਬਕ ਆਪਣੀ ਰੋਜੀ ਰਿਜ਼ਕ ਦਾ ਵੀ ਇੰਤਜ਼ਾਮ ਕੀਤਾ। ਇਸ ਬਹਾਨੇ ਜਿਸ ਵੇਲੇ ਇਹ ਪੰਡਿਤ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਰੋਜ਼ਾਨਾ ਕਥਾ ਸੁਣਾਉਣ ਲੱਗਿਆ, ਅਤੇ ਸਤਿਗੁਰਾਂ ਨੇ ਸੰਗਤਾਂ ਦੇ ਕੋਲੋਂ ਉਹਨੂੰ ਕੁਝ ਪੈਸੇ ਮਾਇਆ ਵੀ ਦਵਾ ਦੇਣੀ। ਇਸ ਤਰ੍ਹਾਂ ਉਹਦਾ ਗੁਜ਼ਾਰਾ ਚੰਗਾ ਚੱਲਣ ਲੱਗਿਆ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਕੇ ਬਾਗ ਵਾਲੀ ਜਗ੍ਹਾ, ਜਿੱਥੇ ਅੱਜ ਕੱਲ੍ਹ ਮੰਜੀ ਸਾਹਿਬ ਬਣਿਆ ਹੋਇਆ, ਇਸ ਸਥਾਨ 'ਤੇ ਮੰਜੀ ਸਾਹਿਬ ਦੀਵਾਨ ਵਾਲਾ ਸਥਾਨ, ਜਿਸ ਨੂੰ ਪਹਿਲਾਂ ਗੁਰੂ ਕਾ ਬਾਗ ਕਹਿੰਦੇ ਸੀ, ਉੱਥੇ ਸੰਗਤਾਂ ਬੈਠਣ ਦੀ ਸਹੂਲਤ ਨੂੰ ਮੁੱਖ ਰੱਖ ਕੇ ਗੁਰੂ ਜੀ ਦਾ ਮੁੱਖ ਉਸ ਦਾ ਗੇਟ ਬਦਲਿਆ ਗਿਆ ਦੂਜੇ ਪਾਸੇ, ਤਾਂ ਕਿ ਸੰਗਤ ਸੌਖੀ ਬੈਠ ਸਕੇ। ਅਤੇ ਪੰਜਵੇਂ ਪਾਤਸ਼ਾਹ ਜੀ ਉੱਥੇ ਬੈਠ ਕਰਕੇ ਸੰਗਤਾਂ ਨੂੰ ਕਥਾ ਵਿਚਾਰਾਂ ਸੁਣਾਇਆ ਕਰਦੇ ਸਨ, ਉਪਦੇਸ਼ ਦਿਆ ਕਰਦੇ ਸਨ। ਅੱਜ ਵੀ ਉਸ ਮੰਜੀ ਸਾਹਿਬ 'ਤੇ ਹੀ ਕਥਾ ਹੁੰਦੀ ਹੈ ਰੋਜ਼ਾਨਾ ਗੁਰਬਾਣੀ ਦੀ। ਤਾਂ ਚੇਤ ਦੀ ਸੰਗਰਾਂਦ ਆ ਗਈ, ਜਿਸ ਦਿਨ ਨਵਾਂ ਸਾਲ ਸ਼ੁਰੂ ਹੋਣ ਲੱਗਿਆ, ਚੇਤ ਦਾ ਮਹੀਨਾ ਆਰੰਭ ਹੋਣ ਲੱਗਿਆ। ਗੁਰੂ ਪਿਆਰਿਓ, ਕਹਿੰਦੇ
ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਸੰਗਤਾਂ ਵੱਲੋਂ ਬੇਨਤੀ ਹੈ, ਜੇ ਹੁਕਮ ਹੋਵੇ ਤਾਂ ਪਾਤਸ਼ਾਹ ਕਹਿੰਦੇ ਨਿਰਸੰਕੋਚ ਕਹੋ ਬਾਬਾ ਜੀ ਕੀ ਗੱਲ ਹੈ। ਤਾਂ ਕਹਿਣ ਲੱਗੇ ਸਤਿਗੁਰੂ ਜੀ ਬੇਨਤੀ ਆ ਕਿ ਸੰਗਰਾਂਦ ਵਾਲੇ ਦਿਨ ਜੋ ਬ੍ਰਾਹਮਣ ਕਾਫੀ ਲੰਮੇ ਸਮੇਂ ਤੋਂ ਸਾਨੂੰ ਮਹੀਨਾ ਸੁਣਾਉਂਦਾ ਆ ਰਿਹਾ ਸੀ, ਇਹਨੂੰ ਫਲਾਦੇਸ਼ ਕਹਿੰਦੇ ਹਨ। ਅਗਲੇ ਮਹੀਨੇ ਦਾ ਕੀ ਫਲ ਹੈ, ਫਲਾਦੇਸ਼ ਸੁਣਾਉਂਦਾ ਆ ਰਿਹਾ ਹੈ। ਤੇ ਅੱਜ ਉਹ ਆਇਆ ਨਹੀਂ। ਅੱਜ ਚੇਤ ਦੀ ਸੰਗਰਾਂਦ ਹੈ ਤੇ ਅੱਜ ਮਹਾਰਾਜ ਉਹ ਆਇਆ ਨਹੀਂ। ਬੁਲਾਉਣ ਵੀ ਗਏ ਉਸ ਨੂੰ, ਉਹਨੇ ਸਿੱਖਾਂ ਨੂੰ ਜਵਾਬ ਦੇਤਾ। ਕਿਉਂ? ਕੀ ਕਹਿੰਦਾ ਭਾਈ? ਕਹਿਣ ਲੱਗਿਆ ਸਿੱਖਾਂ ਨੂੰ, ਕਹਿੰਦਾ ਸਾਨੂੰ ਸੰਗਤਾਂ ਨੂੰ ਕਹਿੰਦਾ ਵੀ ਗੁਰੂ ਤਾਂ ਤੁਸੀਂ ਅਰਜਨ ਦੇਵ ਨੂੰ ਮੰਨਦੇ ਹੋ ਤੇ ਮਹੀਨਾ ਮੈਥੋਂ ਸੁਣਦੇ ਹੋ। ਚਾਰ ਯੁੱਗਾਂ ਤੋਂ ਸਾਨੂੰ ਲੋਕ ਪੰਡਤਾਂ ਨੂੰ ਪੂਜਦੇ ਆ ਰਹੇ ਆ। ਅਸਲ ਵਿੱਚ ਨਾ ਬ੍ਰਾਹਮਣ ਵਾਲੀ ਚਾਲ ਬੜੀ ਹੈ। ਇਹ ਕੋਸ਼ਿਸ਼ ਕਰਦੇ ਆ ਵੀ ਕੋਈ ਵੀ ਸਾਡੇ ਗ੍ਰਿਫਤ ਚੋਂ ਬਾਹਰ ਨਾ ਨਿਕਲ ਸਕੇ। ਜਦੋਂ ਵੀ ਗੁਰੂ ਸਾਹਿਬ ਨੇ ਕੋਈ ਐਸਾ ਕਾਰਜ ਕੀਤਾ ਜਿਹੜਾ ਸਾਨੂੰ ਹੋਰ ਮੱਤਾਂ 'ਚੋਂ ਨਿਰਾਲਾਪਣ ਦਿੰਦਾ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਉਹ ਨਿਆਰਾਪਣ ਜਿਹੜਾ ਗੁਰੂ ਸਾਹਿਬਾਂ ਨੇ ਸਾਨੂੰ ਦੇਣਾ ਕੀਤਾ ਨਾ, ਜਦੋਂ ਇਹਨਾਂ ਪੰਡਤਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਸਾਥੋਂ ਬਾਹਰ ਜਾ ਰਹੇ ਆ, ਤੇ ਉਦੋਂ ਕੋਈ ਨਾ ਕੋਈ ਚਾਲ ਚੱਲਦੀ ਹੈ। ਹੋ ਸਕਦਾ ਇਹਦੀ ਵੀ ਚਾਲ ਹੋਵੇ। ਕੁਝ ਸਮਾਂ ਲੋਕਾਂ ਦੇ ਵਿੱਚ ਆਪਣੀ ਪਰਚੋਂ ਪਾ ਲਈ, ਸੰਗਤਾਂ ਦੇ ਵਿੱਚ ਪਰਚ ਗਿਆ, ਤੇ ਇੱਕ ਦਿਨ ਸਮਾਂ ਬਣਾ ਕੇ ਕਹਿੰਦਾ ਗੁਰੂ ਤੁਸੀਂ ਅਰਜਨ ਦੇਵ ਨੂੰ ਮੰਨਦੇ ਹੋ ਤੇ ਕਥਾ ਤੁਹਾਨੂੰ ਮੈਂ ਸੁਣਾਉਣਾ ਮਹੀਨੇ ਦੀ, ਇਹ ਤਾਂ ਗੱਲ ਠੀਕ ਨਹੀਂ ਨਾ। ਕਹੋ ਸਤਿਨਾਮ, ਤੁਸੀਂ ਮੈਨੂੰ ਗੁਰੂ ਨਹੀਂ ਮੰਨਦੇ। ਚਾਰ ਯੁੱਗਾਂ ਤੋਂ ਲੋਕ ਸਾਨੂੰ ਬ੍ਰਾਹਮਣਾਂ ਨੂੰ ਪੂਜਦੇ ਆ ਰਹੇ ਨੇ। ਇੱਕ ਐਸੀ ਉਲਟੀ ਰੀਤ ਹੈ ਜੋ ਸਿੱਖ ਸਾਨੂੰ ਪੂਜਣ ਤੋਂ ਨਕਾਰੀ ਹੋ ਗਏ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਣੇ ਸ਼ਾਦੀ ਹੋਈ ਨਾ ਬਟਾਲਾ ਸਾਹਿਬ ਦੇ ਵਿੱਚ, ਤੇ ਹੁਣ ਬ੍ਰਾਹਮਣਾਂ ਦਾ ਖਿਆਲ ਸੀ ਕਿ ਸਾਡੇ ਮਤ ਮੁਤਾਬਕ ਹੀ ਸ਼ਾਦੀ ਹੋਵੇਗੀ, ਅਸੀਂ ਅਗਨੀ ਬਣਾਵਾਂਗੇ, ਅਗਨੀ ਦਾ ਹਵਨ ਕਰਾਂਗੇ, ਉਹਦੇ ਦੁਆਲੇ ਗੇੜੇ ਕਢਾ ਦਿਆਂਗੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਚਾਲੇ ਇੱਕ ਸੁੰਦਰ ਚੌਂਕੀ ਉੱਤੇ ਸ਼ਬਦ ਰੱਖਤਾ, ਮੂਲ ਮੰਤਰ ਜਾਂ ਇੱਕ ਓਂਕਾਰ ਸ਼ਬਦ, ਕਿਉਂਕਿ ਇੱਕ ਨੂੰ ਮੰਨਦੇ ਸੀ। ਇੱਕ ਓਂਕਾਰ ਰੱਖ ਦਿੱਤਾ ਤੇ ਉਹਦੇ ਦੁਆਲੇ ਚਾਰ ਪ੍ਰਕਰਮਾਂ ਕਰਨੀਆਂ। ਤੇ ਪੰਡਤਾਂ ਨੂੰ ਇਸ ਗੱਲ 'ਤੇ ਸ਼ਾਇਦ ਗੁੱਸਾ ਆਇਆ ਹੋਊਗਾ ਵੀ ਇਹਨਾਂ ਨੇ ਸਾਡੀ ਰੀਤ ਹੀ ਤੋੜਤੀ। ਜੇ ਇਹ ਸਿੱਖਾਂ ਦਾ ਮੁਖੀ ਗੁਰੂ ਨਾਨਕ ਅੱਜ ਸਾਡੀ ਰੀਤ ਤੋੜਦਾ ਤੇ ਕੱਲ੍ਹ ਨੂੰ ਸਿੱਖਾਂ ਨੇ ਵੀ ਤੋੜਨੀ ਆ। ਤੇ ਸ਼ਾਇਦ ਇਸੇ ਕਰਕੇ ਉੱਥੇ ਕੰਧ ਸਿੱਟਣ ਦੀ ਘਟਨਾ ਘਟੀ ਹੈ ਨਾ। ਸਾਖੀ ਗੁਰਦੁਆਰਾ ਕੰਧ ਸਾਹਿਬ ਬਟਾਲਾ ਸਾਹਿਬ, ਭਾਵ ਕਿ ਇਹ ਉਹਨਾਂ ਦੀ ਸਿਆਸਤ ਵੀ ਹੋ ਸਕਦੀ ਹੈ ਵੀ ਲੜਕੀਆਂ ਨੂੰ ਸਿਖਾ ਦਿੱਤਾ ਵੀ ਜਦੋਂ ਇਹ ਮੰਜੇ ਡਾਉਣਗੇ ਕੰਧਾਂ ਕੋਲੇ ਨਾ, ਉਹ ਜਿਹੜੀ ਟੁੱਟੀ ਜੀ ਕੰਧ ਹੈ ਕੱਚੀ ਜਿਹੀ ਉੱਤੇ ਸਿੱਟ ਦਿਓ। ਕਿਸੇ ਬਜ਼ੁਰਗ ਮਾਈ ਨੇ ਸੁਣ ਲਿਆ ਤੇ ਉਸ ਬਜ਼ੁਰਗ ਮਾਈ ਨੇ ਆ ਕੇ ਕਿਹਾ ਪੁੱਤ ਆਹ ਕੰਧ ਤੋਂ ਪਾਸੇ ਕਰ ਲਓ ਮੰਜੇ, ਕਿਉਂਕਿ ਸਿੱਧਾ ਤਾਂ ਨਹੀਂ ਕਿਹਾ ਵੀ ਆਹ ਗੱਲ ਹੋ ਜੂ। ਗੱਲ ਸੰਭਾਲਦੇ ਹੋਏ ਬੇਬੇ ਨੇ ਕਿਹਾ ਪੁੱਤ ਇਹ ਕੰਧ ਕੋਲੋਂ ਮੰਜੇ ਪਾਸੇ ਕਰ ਲਓ। ਪਾਤਸ਼ਾਹ ਕਹਿੰਦੇ ਮਾਤਾ ਜੀ ਕਿਉਂ? ਪੁੱਤ ਇਹ ਕੰਧ ਖੁਰੀ ਹੋਈ ਆ ਥੱਲਿਓਂ ਜੜ੍ਹਾਂ 'ਚੋਂ, ਇਹ ਕਿਤੇ ਉੱਤੇ ਨਾ ਡਿੱਗ ਪਵੇ ਤੁਹਾਡੇ। ਤੇ ਪਾਤਸ਼ਾਹ ਕਹਿੰਦੇ ਕਿਹੜੀ ਕੰਧ ਬੇਬੇ? ਆ ਤੁਹਾਡੇ ਮਗਰ ਨਹੀਂ, ਇਹ ਕੰਧ ਤਾਂ ਹੁਣ ਚਾਰ ਜੁਗਣੀ ਡਿੱਗਦੀ। ਕਹੋ ਸਤਿਨਾਮ ਸ੍ਰੀ। ਮਤਲਬ ਸਮੇਂ ਸਮੇਂ 'ਤੇ ਚਾਲ ਚੱਲੀ ਜਾਂਦੀ ਰਹੀ ਹੈ, ਅੱਜ ਵੀ ਚੱਲ ਰਹੀ ਹੈ। ਦੇਖੋ ਗੁਰਮੁਖੀ ਪੰਜਾਬੀ ਨੂੰ ਪੂਰਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਉਹਨਾਂ ਲੋਕਾਂ ਵੱਲੋਂ। ਕੋਸ਼ਿਸ਼ ਕੀਤੀ ਜਾ ਰਹੀ ਹੈ, ਦਫ਼ਤਰਾਂ ਵਿੱਚ ਵੀ ਅੰਗਰੇਜ਼ੀ ਚਲਾਈ ਜਾ ਰਹੀ ਹੈ ਲਗਭਗ ਜ਼ਿਆਦਾਤਰ, ਪੰਜਾਬੀ ਬਹੁਤ ਘੱਟ। ਤੇ ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਕੰਧ ਸਿੱਟਣ ਵਾਲੀ ਜਿਹੜੀ ਘਟਨਾ ਘਟਨੀ ਸੀ, ਉਸ ਨੂੰ ਉਸ ਤੋਂ ਪਹਿਲਾਂ ਕਿਸੇ ਬਜ਼ੁਰਗ ਮਾਈ ਨੇ ਸੰਭਾਲ ਲਿਆ। ਤੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਕਿ ਬੇਬੇ ਹੁਣ ਤਾਂ ਇਹ ਕੰਧ ਚਾਰ ਜੁਗਣੀ ਡਿੱਗਦੀ, ਤੇ ਅੱਜ ਉਹ ਕੰਧ ਖੜੀ ਆ ਉਸੇ ਤਰ੍ਹਾਂ।
ਤਾਂ ਸਮੇਂ-ਸਮੇਂ 'ਤੇ ਸਤਿਗੁਰਾਂ ਨੇ ਸਾਨੂੰ ਜਿਹੜਾ ਹੈ ਨਿਰਾਲਾਪਣ ਦਿੱਤਾ। ਅਤੇ ਅੱਜ ਇਹ ਪੰਡਿਤ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਸੰਗਤਾਂ ਨੂੰ 12 ਮਾਹਾਂ ਦੀ ਜਾਂ ਮਹੀਨੇ ਦੀ ਕਥਾ ਸੁਣਾਉਂਦਾ ਆ ਰਿਹਾ ਸੀਗਾ। ਤੁਹਾਨੂੰ ਪਤਾ ਹੋਣਾ ਜਿਹੜੀਆਂ ਪੁਰਾਣੀਆਂ ਬੀਬੀਆਂ ਪੁਰਾਣੇ ਬਜ਼ੁਰਗ ਹਨ, ਅੱਜ ਵੀ ਵੱਡੀਆਂ ਬੁੜੀਆਂ ਮਹੀਨੇ ਦਾ ਪਤਾ ਹੁੰਦਾ ਕਿਹੜਾ ਚੜ੍ਹਿਆ, ਪਰ ਫਿਰ ਵੀ ਕਿਸੇ ਮਨੁੱਖ ਤੋਂ ਪੁੱਛਦੀਆਂ ਜਾਂ ਕਿਸੇ ਸਿੱਖ ਤੋਂ ਪੁੱਛਦੀਆਂ ਜਾਂ ਕਿਸੇ ਸਾਧੂ ਤੋਂ ਪੁੱਛਦੀਆਂ, ਉਹ ਤਾਂ ਮਹੀਨਾ ਕੌਤ ਚੜ੍ਹਿਆ ਵੀ ਕਿਹੜਾ ਮਹੀਨਾ ਚੜ੍ਹਿਆ। ਖੁਦ ਨੂੰ ਪਤਾ ਹੁੰਦਾ। ਅਸਲ ਦੇ ਵਿੱਚ ਉਹਨਾਂ ਬ੍ਰਾਹਮਣਾਂ ਨੇ ਗੱਲ ਚਲਾਈ ਹੋਈ ਹੈ ਬਈ ਇਸਤਰੀ ਆਪਣੇ ਮੁੱਖੋਂ ਮਹੀਨੇ ਦਾ ਨਾਮ ਨਾ ਲਵੇ, ਨਹੀਂ ਤਾਂ ਦਿਨ ਮਾੜੇ ਆ ਜਾਣਗੇ। ਕਿਸੇ ਮਨੁੱਖ ਤੋਂ ਪੁੱਛੇ ਪਹਿਲਾਂ, ਇਹ ਗੱਲ ਚਲਾਈ ਹੋਈ ਸੀ। ਜਿੰਨਾ ਚਿਰ ਸਾਡੇ ਕੋਲੋਂ ਤੁਸੀਂ ਮਹੀਨੇ ਦਾ ਨਾਂ ਨਹੀਂ ਸੁਣਦੇ, ਤੁਹਾਡਾ ਭਲਾ ਨਹੀਂ ਹੋਣਾਗਾ। ਮਹੀਨਾ ਪੁੱਛਣ ਜਾਣਗੇ ਬ੍ਰਾਹਮਣਾਂ ਨੂੰ ਤਾਂ ਫਿਰ ਉੱਥੇ ਕੋਈ ਚੜਾਵਾ ਵੀ ਚੜਾ ਕੇ ਆਉਣਗੇ। ਮਕਸਦ ਤਾਂ ਰੋਜੀ ਰਿਜ਼ਕ ਦਾ। ਬੱਚੇ ਦੇ ਜਨਮ ਤੋਂ ਲੈ ਕੇ ਬੱਚੇ ਦੇ ਮਨੁੱਖ ਹੋ ਕੇ ਬੁੱਢਾ ਹੋ ਕੇ ਮਰਨ ਤੱਕ, ਗੁਰੂ ਪਿਆਰਿਓ, ਜਿਹੜੀਆਂ ਰੀਤੀ ਰਿਵਾਜ ਬ੍ਰਾਹਮਣਾਂ ਨੇ ਬਣਾਏ, ਉਹਦੇ ਵਿੱਚ ਅਖੀਰ 'ਤੇ ਜਾ ਕੇ ਫਿਰ ਮਰਨ ਤੋਂ ਬਾਅਦ ਵੀ ਸਰਾਧ ਚਲਾਤੇ ਵੀ ਮਹੀਨੇ ਬਾਅਦ 9 ਮਹੀਨਿਆਂ ਬਾਅਦ ਪੌਣੇ ਸਾਲ ਬਾਅਦ ਸਰਾਧ ਕਰੋ ਭਾਈ ਬਜ਼ੁਰਗਾਂ ਦੇ। ਤੁਹਾਡੇ ਬਜ਼ੁਰਗਾਂ ਨੂੰ ਜਲ ਪਾਣੀ ਮਿਲ ਜੂ। ਬਾਬੇ ਨੇ ਜਾ ਕੇ ਗੰਗਾ ਦੇ ਉੱਤੇ ਪੁੱਠਾ ਕੰਮ ਕਰਤਾ। ਲੋਕ ਸੂਰਜ ਨੂੰ ਪਾਣੀ ਦੇ ਰਹੇ ਆ। ਧੰਨ ਗੁਰੂ ਨਾਨਕ ਦੇਵ ਜੀ ਕਿਨਾਰੇ 'ਤੇ ਖੜ੍ਹ ਕੇ ਕਿਨਾਰੇ ਤੋਂ ਬਾਹਰ ਬੁੱਕਾਂ ਨਾਲ ਪਾਣੀ ਸਿੱਟਣ ਲੱਗੇ ਫਟਾਫਟ। ਅਤੇ ਜਿਹੜੇ ਬ੍ਰਾਹਮਣਾਂ ਦੀ ਗੱਲ ਸਮਝਦੇ ਸੀਗੇ, ਉਹਨਾਂ ਦੇ ਮਗਰ ਲੱਗੇ ਹੋਏ ਸੀਗੇ, ਪਾਣੀ ਦੇ ਰਹੇ ਸੀ, ਉੱਪਰ ਸੂਰਜ ਕੰਨੀ ਕਰਕੇ ਸਿੱਟ ਰਹੇ ਸੀ। ਤਾਂ ਉਹ ਕਹਿੰਦੇ ਵੀ ਆ ਕਮਲਾ ਯਾਰ, ਇਹ ਇੱਧਰ ਪਰ ਸਿੱਟੀ ਜਾਂਦਾ। ਬਾਬੇ ਨਾਨਕ ਨੂੰ ਕਮਲਾ ਕਹਿੰਦੇ ਆ, ਕਿਉਂਕਿ ਬਹੁਤਾਤ ਸੀਗੀ ਸੂਰਜ ਨੂੰ ਪਾਣੀ ਦੇਣ ਵਾਲਿਆਂ ਦੀ। ਬਾਬਾ ਇਕੱਲਾ ਹੀ ਸੀਗਾ। ਕਹਿੰਦੇ ਉਹ ਭਾਈ ਤੂੰ ਕਿਹਨੂੰ ਪਾਣੀ ਦਿੰਦਾ? ਬਾਬਾ ਜੀ ਕਹਿੰਦੇ ਤੁਸੀਂ ਕਿਹਨੂੰ ਦਿੰਦੇ ਹੋ? ਕਹਿੰਦੇ ਅਸੀਂ ਤਾਂ ਸਾਡੇ ਜਿਹੜੇ ਬਜ਼ੁਰਗ ਮਰੇ ਹੋਏ ਨੇ ਸੂਰਜ ਦੇ ਪੁੱਤਰ ਧਰਮਰਾਏ ਕੋਲੇ ਆ, ਅਤੇ ਧਰਮਰਾਏ ਉਹਨਾਂ ਨੂੰ ਪਾਣੀ ਦੇਊਗਾ, ਅਸੀਂ ਉਹਨਾਂ ਦੇ ਬਾਪ ਸੂਰਜ ਨੂੰ ਪਾਣੀ ਦਿੰਦੇ ਆ। ਬਾਬਾ ਜੀ ਕਹਿੰਦੇ ਦੇਈ ਚੱਲੋ। ਫਿਰ ਸਿੱਟਣ ਲੱਗਾ ਤੂੰ ਕਿਹਨੂੰ ਦਿੰਦਾ? ਕਹਿੰਦੇ ਮੈਂ ਤਾਂ ਖੇਤ ਕਣਕ ਬੀਜ ਕੇ ਆਇਆ ਇਸ ਪਾਸੇ, ਅਤੇ ਮੇਰੇ ਖੇਤ ਸੁੱਕਦੇ ਆ, ਮੈਂ ਇਕੱਲਾ ਹੀ ਪੋਤਾ ਮਾਂ ਪਿਓ ਦਾ, ਵੀ ਚੱਲ ਮੈਂ ਵੀ ਪਾਣੀ ਲਾ ਦਿਆਂ। ਹੁਣ ਇੰਨੀ ਗੱਲ ਲੋਕਾਂ ਨੂੰ ਸਮਝ ਆਉਂਦੀ ਸੀ ਵੀ ਬੁੱਕਾਂ ਨਾਲ ਇੱਥੇ ਸਿੱਟਿਆ ਪਾਣੀ ਉਹ ਖੇਤਾਂ ਵਿੱਚ ਨਨਕਾਣਾ ਸਾਹਿਬ ਕਿਵੇਂ ਜਾਊਗਾ। ਉਹ ਕਹਿੰਦੇ ਵੀ ਉੱਥੇ ਤੇਰਾ ਪਾਣੀ ਕਿਵੇਂ ਪਹੁੰਚੂਗਾ। ਪਾਤਸ਼ਾਹ ਕਹਿੰਦੇ ਤੁਹਾਡਾ ਸੂਰਜ ਕਿੰਨੀ ਕੁ ਦੂਰ ਆ। ਹੁਣ ਦਿਮਾਗ ਘੁੰਮਿਆ ਲੋਕਾਂ ਦਾ, ਜਨਤਾ ਦਾ। ਇੱਕ ਤਾਂ ਪਾਣੀ ਨੀਵੇਂ ਥਾਂ ਨੂੰ ਜਾਂਦਾ, ਉੱਚੇ ਨੂੰ ਜਾਂਦਾ ਨਹੀਂ ਗਾ। ਇੱਕ ਸੂਰਜ ਗਰਮ ਹੈ, ਇੱਕ ਸੂਰਜ ਅਰਬਾਂ ਕੋਹ ਦੂਰ ਹੈ, ਫਿਰ ਉੱਥੇ ਤੁਹਾਡਾ ਪਾਣੀ ਕਿਵੇਂ ਜਾਊਗਾ। ਅੱਖਾਂ ਦੇ ਸਾਹਮਣੇ ਵਾਪਸ ਥੱਲੇ ਵੀ ਡਿੱਗ ਰਿਹਾ ਪਾਣੀ, ਤੁਹਾਨੂੰ ਦਿਸਦਾ ਨਹੀਂ ਗਾ। ਮੈਂ ਤਾਂ ਜੇ ਗੰਗਾ ਵਿੱਚ ਇੱਥੋਂ ਪੱਟ ਕੇ ਨਹਿਰ ਲੈ ਜਾ ਅਤੇ ਨਨਕਾਣੇ ਪਾਣੀ ਪਹੁੰਚਾਈ ਦੇਊਂਗਾ। ਕੋਈ ਸਤਨਾਮ ਸੀ। ਲੋਕਾਂ ਦਾ ਦਿਮਾਗ ਘੁੰਮ ਗਿਆ। ਛੱਡ ਕੇ ਉਹ ਬ੍ਰਾਹਮਣਾਂ ਦੀ ਗੱਲ ਨੂੰ ਬਾਬੇ ਨਾਨਕ ਦੇ ਕੋਲ ਆ ਕੇ ਬੈਠ ਗਏ। ਤਾਂ ਇਸ ਬ੍ਰਾਹਮਣ ਨੇ ਵੀ ਜਿਸ ਵੇਲੇ ਕਿਹਾ ਸੰਗਤਾਂ ਨੂੰ ਕਿ ਤੁਸੀਂ ਮਹੀਨਾ ਮੈਥੋਂ ਸੁਣਦੇ ਹੋ ਅਤੇ ਗੁਰੂ ਅਰਜਨ ਦੇਵ ਨੂੰ ਮੰਨਦੇ ਹੋ, ਇਹ ਉਲਟੀ ਰੀਤ ਚੱਲ ਪਈ ਹੈ। ਜਿਹੜੇ ਸਿੱਖ ਸਾਨੂੰ ਪੂਜਣ ਤੋਂ ਨਕਾਰੀ ਹੋ ਗਏ, ਇਸ ਲਈ ਜਾਂ ਤਾਂ ਮੇਰਾ ਪੂਰਨ ਸਵੀਕਾਰ ਕਰੋ, ਮੈਨੂੰ ਗੁਰੂ ਮੰਨੋ, ਅਤੇ ਨਹੀਂ ਮੈਂ ਤੁਹਾਨੂੰ ਮਹੀਨਾ ਨਹੀਂ ਸੁਣਾਉਣਾ, ਤੁਹਾਡਾ ਮਹੀਨਾ ਸਫਲਾ ਨਹੀਂ ਹੋਣਾ। ਕਹੋ ਸਤਨਾਮ ਸੀ। ਲੋਕਾਂ ਨੂੰ ਡਰਾ ਕੇ ਭੁਲੇਖੇ 'ਚ ਪਾ ਕੇ ਭਰਮਾਂ ਵਿੱਚ ਪਾ ਕੇ ਉਹਨਾਂ ਬ੍ਰਾਹਮਣਾਂ ਨੇ ਸੰਸਾਰ ਨੂੰ ਜਿਹੜਾ ਆਪਣੇ ਮਗਰ ਲਾਇਆ ਹੋਇਆ ਸੀ। ਮੈਂ ਤੁਹਾਨੂੰ ਮਹੀਨਾ ਨਹੀਂ ਸੁਣਾਉਣਾ। ਇਸ ਤੋਂ ਬਾਅਦ ਜਿਵੇਂ ਕਿਸੇ ਨੂੰ ਨਸ਼ੇ 'ਤੇ ਲਾ ਕੇ ਨਾ ਪਹਿਲਾਂ ਸਾਲ ਭਰ ਨਸ਼ਾ ਥੋੜ੍ਹਾ ਥੋੜ੍ਹਾ ਦੇਈ ਜਾਣਾ, ਅਤੇ ਫਿਰ ਇੱਕਦਮ ਕੱਟ ਦੇਣਾ ਵੀ ਨਹੀਂ ਦਿੰਦਾ ਮੈਂ। ਫਿਰ ਉਹਨੂੰ ਲੱਗ ਗਿਆ ਸਰੀਰ 'ਤੇ, ਫਿਰ ਉਹ ਨਸ਼ਾ ਮੰਗਣਾ ਵੀ ਨਹੀਂ, ਯਾਰ ਮੈਨੂੰ ਦੇ, ਜਿਵੇਂ ਮਰਜ਼ੀ ਦੇ। ਉਹਦਾ ਮਕਸਦ ਸੀਗਾ ਕਿ ਸ਼ਾਇਦ ਇਹਨਾਂ ਦੇ ਗੁਰੂ ਨੂੰ ਮਹੀਨੇ ਬਾਰੇ ਜਾਣਕਾਰੀ ਨਹੀਂ, ਅਤੇ ਮੈਂ ਇਹਨਾਂ ਨੂੰ ਮਹੀਨੇ ਦੇ ਚੱਕਰ 'ਚ ਪਾ ਕੇ ਆਪਦੇ ਮਗਰ ਲਾਵਾਂ। ਕਹੋ ਸਤਨਾਮ ਸੀ। ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਬ੍ਰਾਹਮਣਵਾਦ ਤੋਂ, ਬ੍ਰਾਹਮਣਾਂ ਦੇ ਭਰਮ ਜਾਲ ਤੋਂ, ਗੁਰੂ ਨਾਨਕ ਦੇ ਚਲਾਏ ਨਿਰਮਲ ਪੰਥ ਨੂੰ ਬਚਾਉਣਾ ਕਰੋ। ਸਾਨੂੰ ਲੋੜ ਨਹੀਂ ਹੈ ਬ੍ਰਾਹਮਣ ਨੂੰ ਗੁਰੂ ਮੰਨਣ ਦੀ। ਸਾਡੇ ਸਾਰੇ ਕਾਰਜ ਤੁਸੀਂ ਆਪ ਕਰਦੇ ਹੋ, ਇਸ ਲਈ ਕਿਰਪਾ ਕਰਕੇ ਆਪਣੇ ਮੁੱਖੋਂ ਅਜਿਹੀ ਬਾਣੀ ਰਚ ਦਿਓ ਜਿਹਦੇ ਵਿੱਚ 12 ਮਹੀਨਿਆਂ ਦੇ ਨਾਮ ਵੀ ਆ ਜਾਣ ਅਤੇ ਸਾਡਾ ਜੀਵਨ ਵੀ ਸਫਲਾ ਹੋ ਜਾਵੇ। ਹੁਣ ਜਿਹੜੀ ਸਤਿਗੁਰਾਂ ਨੇ 12 ਮਾਹ ਰਚਿਆ, ਇਹਦੇ ਜਿਹੜੇ ਸ਼ਬਦ ਆਰੰਭ ਹੁੰਦੇ ਆ ਉਹ ਤਾਂ ਮਹੀਨਿਆਂ ਦੇ ਨਾਮ ਨਾਲ ਹੁੰਦੇ ਆ।
ਪਰ ਉਹਨਾਂ ਨਾਵਾਂ ਦੇ ਵਿੱਚ ਗੁਰੂ ਪਿਆਰੋ ਬ੍ਰਹਮ ਗਿਆਨ ਲੁਕਿਆ ਹੋਇਆ। ਚੇਤ ਮਹੀਨਾ ਵੀ ਹੈ, ਤੇ ਚੇਤ ਦਾ ਦੂਸਰਾ ਅਰਥ ਹੈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇਂ ਪ੍ਰਾਣੀ ਸਿਮਰਨ ਕਰਨਾ। ਇਸੇ ਤਰ੍ਹਾਂ ਹੀ ਕੱਤਕ ਮਹੀਨੇ ਦਾ ਨਾਮ ਵੀ ਹੈ, ਤੇ ਕੱਤਕ ਦਾ ਮਤਲਬ ਹੈ ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੇ ਫਲ ਭੋਗਣੇ ਪੈਣਗੇ। ਕਹੋ ਸਤਨਾਮ ਸ੍ਰੀ। ਇਸ ਕਰਕੇ ਜਿਸ ਵੇਲੇ ਬਾਬਾ ਬੁੱਢਾ ਜੀ ਨੇ ਉਸ ਬ੍ਰਾਹਮਣ ਦੀ ਇਹ ਚਲਾਕੀ ਵਾਲੀ ਸਾਰੀ ਗੱਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ ਕਿ ਮਹਾਰਾਜ ਤੁਸੀਂ ਐਸੀ ਬਾਣੀ ਰਚੋ ਜਿਸ ਨਾਲ ਅਸੀਂ ਬ੍ਰਾਹਮਣਾਂ ਦੇ ਭਰਮ ਜਾਲ ਵਿੱਚ ਨਾ ਫਸੀਏ, ਕਿਰਪਾ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੋਚਣ ਲੱਗੇ, ਠੀਕ ਹੈ ਅੱਜ ਕੀ ਹੈ? ਅੱਜ ਮਹਾਰਾਜ ਦੇਸੀ ਸਾਲ ਨਵਾਂ ਚੜ੍ਹ ਗਿਆ, ਚੇਤ ਦਾ ਮਹੀਨਾ ਹੈ। ਪੁਰਾਣੇ ਸਮਿਆਂ ਤੋਂ ਲੋਕ ਦੇਸੀ ਸਾਲ ਮਨਾਉਂਦੇ ਸੀ। ਆ ਪਿੱਛੇ ਜਨਵਰੀ ਆਰੰਭ ਹੋਈ, ਸਾਰਾ ਬਠਿੰਡਾ ਆਇਆ, ਪਰ ਮੈਨੂੰ ਲੱਗਦਾ ਦੇਸੀ ਸਾਲ 'ਤੇ ਓਨਾ ਇਕੱਠ ਨਹੀਂ ਹੋਣਾ, ਕਿਉਂਕਿ ਉਹਦੇ ਬਾਰੇ ਲੋਕਾਂ ਦਾ ਗਿਆਨ ਹੀ ਖਤਮ ਹੋ ਗਿਆ। ਲੋਕਾਂ ਨੂੰ ਭੁੱਲ ਹੀ ਚੁੱਕਿਆ ਵੀ ਅਸੀਂ ਉਹਨਾਂ ਮਹੀਨਿਆਂ ਨਾਲ ਵੀ ਜੁੜੇ ਹੋਏ ਹਾਂ, ਦੇਸੀ ਸਾਲ ਨਾਲ ਜੁੜੇ ਹੋਏ ਹਾਂ। ਪਰ ਹਜੇ ਤੱਕ ਵੀ ਜਿਹੜੇ ਵਪਾਰੀ ਲੋਕ ਹੈ, ਸੇਠ ਲੋਕ ਹੈ, ਆਪਣੀਆਂ ਬਈਆਂ ਚੇਤ 'ਚ ਬਦਲਦੇ ਆ, ਅਪ੍ਰੈਲ 'ਚ ਬਦਲਦੇ ਆ। ਕਹੋ ਸਤਨਾਮ ਸੀ। ਮਤਲਬ ਕਿ ਪੁਰਾਤਨ ਰੀਤੀ ਚੱਲਦੀ ਆ ਰਹੀ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਉਸ ਰੀਤੀ ਦੇ ਮੁਤਾਬਕ ਫਿਰ ਬਾਬਾ ਬੁੱਢਾ ਜੀ ਦਾ ਬਚਨ ਸੁਣ ਕਰਕੇ 12 ਮਾਹਾਂ ਦੀ ਆਰੰਭਤਾ ਕੀਤੀ। ਅਤੇ 12 ਮਾਹਾਂ ਦੀ ਆਰੰਭਤਾ ਕਰਨ ਵੇਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਮੂਲ ਸਿਧਾਂਤ ਵੀ ਵਿੱਚ ਰੱਖਿਆ, ਮਤਲਬ ਬ੍ਰਹਮ ਗਿਆਨ। ਕੇਵਲ ਸਾਨੂੰ ਤਿੱਥਾਂ ਵਾਰਾਂ ਨਾਲ ਨਹੀਂ ਜੋੜਿਆ, ਮਹੀਨਿਆਂ ਨਾਲ ਨਹੀਂ ਜੋੜਿਆ, ਸਾਨੂੰ ਉਸ ਅਕਾਲ ਪੁਰਖ ਨਾਲ ਵੀ ਬਰਾਬਰ ਜੋੜ ਕੇ ਰੱਖਿਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਸਰਲ ਸੁਭਾਅ ਦੇ ਸਿੱਖਾਂ ਦੇ ਸੁਭਾਅ ਕਾਰਨ ਬ੍ਰਾਹਮਣ ਹੰਕਾਰੀ ਹੋ ਗਿਆ ਸੀ। ਇਸ ਕਰਕੇ ਉਹ ਕਹਿੰਦਾ ਸੀ ਮੈਨੂੰ ਗੁਰੂ ਮੰਨੋ, ਫਿਰ ਤੁਹਾਡਾ ਮਹੀਨਾ ਸਫਲ ਹੋਵੇਗਾ। ਕਿਉਂਕਿ ਸਿੱਖ ਉਸ ਨੂੰ ਆਨਾ ਦੋ ਆਨੇ ਟਕਾ ਫਲਾਂ ਦੇ ਸੁਣਾਉਣ ਦਾ ਦੇਣ ਲੱਗ ਪਏ ਸੀ। ਅਤੇ ਅੱਜ ਤੋਂ ਬਾਅਦ ਐਸੀ ਮਰਜ਼ਾਦਾ ਬਣਦੇ ਹਾਂ, ਸਿੱਖਾਂ ਨੂੰ ਹੁਕਮ ਦਿੰਦੇ ਹਾਂ ਕਿ ਕਿਸੇ ਦੇ ਕੋਲ ਜਾ ਕੇ ਮਹੀਨਾ ਸੁਣਨ ਦੀ ਲੋੜ ਨਹੀਂ, ਆ ਤੁਹਾਨੂੰ ਬਾਣੀ ਰਚ ਕੇ ਦੇਵਾਂਗੇ, ਇਸ ਬਾਣੀ ਨੂੰ ਪੜ੍ਹ ਲਿਆ ਕਰੋ। ਅੱਜ ਤੋਂ ਇਹ ਮਰਜ਼ਾਦਾ ਆਰੰਭ ਹੋਈ। ਉਸ ਦਿਨ ਚੇਤਰ ਮਹੀਨੇ ਦੀ ਸੰਗਰਾਂਦ ਸੀ। ਸਤਿਗੁਰੂ ਜੀ ਨੇ ਹੁਕਮ ਦਿੱਤਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਜ਼ੂਰੀ ਵਿੱਚ ਲਿਆਂਦਾ ਜਾਵੇ। ਸਿੱਖਾਂ ਨੇ ਕਹਿੰਦੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਹਜ਼ੂਰੀ ਵਿੱਚ ਲਿਆਂਦਾ। ਸਤਿਗੁਰਾਂ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ, ਇਹ ਮਰਜ਼ਾਦਾ ਕਾਇਮ ਕੀਤੀ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਪੂਰੇ 12 ਮਾਹਾਂ ਦਾ ਪਾਠ ਕਰੇ। ਜਿਸ ਮਹੀਨੇ ਦੀ ਸੰਗਰਾਂਦ ਹੋਵੇ ਉਸ ਮਹੀਨੇ ਦਾ ਸ਼ਬਦ ਦੁਬਾਰਾ ਪੜ੍ਹ ਲਵੇ, ਵਿਚਾਰਿਆ ਜਾਵੇ। ਜੇ ਕੋਈ ਅਰਥਾਂ ਦਾ ਜਾਣੂ ਹੋਵੇ ਤਾਂ ਇਸ ਦੇ ਅਰਥ ਕਰਕੇ ਸੁਣਾਵੇ, ਜੇਕਰ ਨਾ ਹੋਵੇ ਤਾਂ ਕੇਵਲ 12 ਮਾਹਾਂ ਦਾ ਜਾਪ ਹੀ ਕਰ ਲਵੇ, ਹਰ ਮਹੀਨੇ ਪਾਠ ਕਰ ਲਵੇ। ਇਸ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ। ਸੰਸਕ੍ਰਿਤ ਵਿੱਚ ਉਹ ਸੁਣਾਉਂਦੇ ਸਨ, ਸੰਸਕ੍ਰਿਤੀ ਵਿੱਚ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਫਿਰ ਇਹ ਜਿਹੜਾ ਸ਼ਬਦ ਹਨ ਸਾਰੇ, ਇਹਨਾਂ ਦੇ ਵਿੱਚ ਉਹ ਚੀਜ਼ਾਂ ਵੀ ਸਾਰੀਆਂ ਭਰੀਆਂ ਹਨ 12 ਮਾਹਾਂ ਦੇ ਵਿੱਚ। ਸੰਸਕ੍ਰਿਤ ਵਿੱਚ ਜ਼ਿਆਦਾ ਸੌਖਾ ਸਮਝ ਨਹੀਂ ਸੀ ਆਉਂਦਾ ਸਿੱਖਾਂ ਨੂੰ, ਇਸ ਕਰਕੇ ਸਤਿਗੁਰਾਂ ਨੇ ਗੁਰਮੁਖੀ ਦੀ ਰਚਨਾ ਕੀਤੀ। ਸੰਸਕ੍ਰਿਤ ਵਿੱਚ ਗੁਰੂ ਪਿਆਰੋ ਸੰਕਰਾਂਤ ਕਹਿੰਦੇ ਹਨ। ਸੰਕਰਾਂਤ, ਸੰਕਰਾਂਤ ਦਾ ਅਰਥ ਹੈ ਸੂਰਜ ਦਾ ਰਸਤਾ ਬਦਲਣਾ। ਸੰਕਰਾਂਤ ਕ੍ਰਾਂਤੀ ਭਾਵ ਚੜ੍ਹਦੀ ਕਲਾ, ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਦੇਸ਼ ਵਿੱਚ ਯੁੱਧ ਦਾ ਵਧਾਉਣਾ, ਹਰੀ ਕ੍ਰਾਂਤੀ ਫਸਲਾਂ ਦਾ ਵਧਣਾ, ਇਹ ਕ੍ਰਾਂਤੀ ਹੁੰਦੀ ਹੈ। ਅਤੇ ਸੰਕ੍ਰਾਂਤੀ ਬਹੁਤ ਉੱਤਮ ਕ੍ਰਾਂਤੀ, ਜਦੋਂ ਸੂਰਜ ਆਪਣਾ ਰਸਤਾ ਬਦਲਦਾ, ਉਹਦੇ ਨਵਾਂ ਮਹੀਨਾ ਸ਼ੁਰੂ ਹੁੰਦਾ। ਪਰ ਗੁਰਮੁਖ ਵਿੱਚ ਅਸੀਂ ਇਸ ਨੂੰ ਸੰਗਰਾਂਦ ਕਹਿੰਦੇ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਰਾਂਦ ਵਾਲੇ ਦਿਨ ਫਿਰ ਗੁਰੂ ਪਿਆਰਿਓ ਸਾਨੂੰ ਇਹ ਜਿਹੜਾ ਹੈ 12 ਮਾਹਾਂ ਦੀ ਰਚਨਾ ਕਰਕੇ ਦਿੱਤੀ, ਜਿਸ ਨੂੰ ਗੁਰੂ ਪਿਆਰਿਓ ਰਾਗੀ ਸਿੰਘਾਂ ਨੂੰ ਚੌਥੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇਹ ਪਰੰਪਰਾ ਜਿਹੜੀ ਪਿੱਛੋਂ ਚੱਲਦੀ ਆ ਰਹੀ ਸੀ, ਉਸ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਕਿਸ ਤਰ੍ਹਾਂ ਆਰੰਭ ਕੀਤਾ। ਸ਼ੁਰੂਆਤ ਕਿੱਥੋਂ ਹੋਈ ਸਾਡੀ? ਆਓ 12 ਮਾਹਾਂ ਦੀ ਆਰੰਭਤਾ ਕਰੀਏ ਪਹਿਲੇ ਸ਼ਬਦ ਦੀ। 12 ਮਾਹਾਂ ਮਾਂਝ ਮਹੱਲਾ ਪੰਜਵਾ ਘਰ ਚੌਥਾ। 12 ਮਾਹਾਂ
12 ਮਾਹ ਬਹੁਤ ਲੋਕਾਂ ਨੇ ਰਚੇ। 10ਵੇਂ ਪਾਤਸ਼ਾਹ ਜੀ ਨੇ ਵੀ 2 12 ਮਾਹੇ ਦਸਮ ਗ੍ਰੰਥ ਵਿੱਚ ਲਿਖੇ ਹਨ। ਅਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ 12 ਮਾਹ ਰਚੇ ਆ ਤੁਖਾਰੀ ਰਾਗ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਖਾਰੀ ਰਾਗ ਦੇ ਵਿੱਚ ਹੈਗਾ 12 ਮਾਹ। ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਜੀ ਹੈ ਤਾਂ ਹੈਗਾ, ਪਰ ਉਸ ਦੇ ਸ਼ਬਦ ਬੜੇ ਗੂੜ੍ਹੇ ਹੈ, ਉਹ ਸੌਖਾ ਸਮਝ ਨਹੀਂ ਆਉਂਦਾ। ਕਿਰਪਾ ਕਰਕੇ ਸਾਨੂੰ ਸੌਖੀ ਭਾਸ਼ਾ ਵਿੱਚ ਸਿੱਧੀ ਬੋਲੀ ਵਿੱਚ ਕਰਕੇ ਦਿਓ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਰਚਨਾ ਆਰੰਭ ਕੀਤਾ। 12 ਮਾਹ 12 ਮਹੀਨਿਆਂ ਵਾਲੀ ਬਾਣੀ। ਮਾਝ ਰਾਗ ਹੈ ਮਹੱਲਾ 5ਵਾਂ। 5ਵੇਂ ਪਾਤਸ਼ਾਹ ਜੀ ਨੇ ਘਰ ਚੌਥੇ ਘਰ ਵਿੱਚ ਰਚਨਾ ਕੀਤੀ ਹੈ। ਇੱਕ ਓੰਕਾਰ, ਉਹ ਪਰਮੇਸ਼ਰ ਇੱਕ ਹੈ। ਅਤੇ ਇਹ ਕੁਦਰਤ ਜਿਹੜੀ ਹੈ ਉਸ ਦਾ ਰੂਪ ਹੈ। ਕੁਦਰਤ ਕਰਕੇ ਵਸਿਆ ਸੋਏ, ਇਹਦੇ ਵਿੱਚ ਹੀ ਉਸ ਦਾ ਵਾਸਾ ਹੈ। ਐਸੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਸਤਿਗੁਰ ਪ੍ਰਸਾਦ, ਸੱਚੇ ਸਤਿਗੁਰ ਦੀ ਕਿਰਪਾ ਲੈਣ ਦੀ ਲੋੜ ਹੈ। ਆਰੰਭ ਕਰਦੇ ਹਨ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਗੁਰਬਾਣੀ ਦੀ ਵਿਚਾਰ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਗੁਰੂ ਕੋਲੇ ਕਾਹਦੇ ਵਾਸਤੇ ਆਇਆ ਜਾਂਦਾ ਹੈ? ਮਤਲਬ ਕਿ ਇਹ ਜੀਵ ਜਿਹੜਾ ਹੈ ਆਪਣੀਆਂ ਮਾੜੀਆਂ ਕਿਰਤਾਂ ਕਰਕੇ, ਮਾੜੀ ਸੋਚ ਕਰਕੇ, ਮਾੜੇ ਖਿਆਲਾਂ ਕਰਕੇ, ਕਿਰਤ ਕਰਮ ਕੇ ਵਿਛੜੇ, ਮਾੜੇ ਕੰਮਾਂ ਕਰਕੇ ਵਿਛੜਿਆ ਹੋਇਆ ਇਹ ਜੀਵ ਪਰਮਾਤਮਾ ਤੋਂ, ਆਪਣੀ ਗਲਤੀ ਕਰਕੇ ਮਾਲਕ ਤੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਹੇ ਸਤਿਗੁਰੂ ਕਿਰਪਾ ਕਰਕੇ ਮੈਨੂੰ ਦੁਬਾਰਾ ਮਿਲਾ ਲਓ। ਤੇ ਵਿਛੜਨ ਤੋਂ ਬਾਅਦ ਕਿੱਥੇ ਕਿੱਥੇ ਗਿਆ ਇਹ? 4 ਕੁੰਟ ਦਾ ਦਿਸ ਭਰਮੇ। 4 ਕੁੰਟਾਂ 10 ਦਿਸ਼ਾਵਾਂ ਦੇ ਵਿੱਚ ਮਾਲਕ ਤੋਂ ਵਿਛੜ ਕੇ ਆਪਣੀ ਗਲਤੀ ਨਾਲ ਵਿਛੜਿਆ। ਉਦਾਹਰਨ ਦੇ ਤੌਰ 'ਤੇ ਮੂਲਾ ਖੱਤਰੀ ਜਿਵੇਂ ਆਪਣੀ ਗਲਤੀ ਨਾਲ ਵਿਛੜਿਆ। ਮੂਲਾ ਖੱਤਰੀ ਨੂੰ ਗਿਆਨ ਤਾਂ ਸੀਗਾ। ਜਿਸ ਵੇਲੇ ਭਾਈ ਮਰਦਾਨਾ ਜੀ ਸੌਦਾ ਲੈਣ ਜਾਂਦੇ ਆ ਬਾਜ਼ਾਰ ਦੇ ਵਿੱਚ, ਸੇਠਾਂ ਨੂੰ ਪੁੱਛਦੇ ਆ ਕਿ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਦੇ ਦਿਓ। ਅਤੇ ਹਰੇਕ ਕਹੀ ਜਾਂਦਾ ਇਹ ਕੋਈ ਸੌਦਾ ਥੋੜ੍ਹਾ ਹੀ ਆ, ਐਸਾ ਸੌਦਾ ਕੋਈ ਨਹੀਂ ਹੁੰਦਾ। ਅਖੀਰ ਮੂਲੇ ਖੱਤਰੀ ਕੋਲ ਚਲੇ ਗਏ ਭਾਈ ਮਰਦਾਨਾ ਜੀ, ਬੇਨਤੀ ਕਰਦੇ ਆ ਸੌਦਾ ਚਾਹੀਦਾ, ਪਰਚੀ 'ਤੇ ਲਿਖਿਆ। ਉਹਨੇ ਪਰਚੀ ਪੜ੍ਹੀ, 1 ਪੈਸੇ ਦਾ ਝੂਠ ਅਤੇ 1 ਪੈਸੇ ਦਾ ਸੱਚ ਦੇ ਦਿਓ। ਤਾਂ ਉਸ ਵੇਲੇ ਗੁਰੂ ਪਿਆਰਿਓ ਫਿਰ ਮੂਲੇ ਖੱਤਰੀ ਨੇ ਲਿਖ ਕੇ ਦੇ ਦਿੱਤਾ, ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਜਿਸ ਵੇਲੇ ਪਰਚੀ ਲੈ ਕਰਕੇ ਭਾਈ ਮਰਦਾਨਾ ਜੀ ਬਾਬੇ ਨਾਨਕ ਕੋਲ ਆਏ, ਬਾਬਾ ਜੀ ਕਹਿੰਦੇ ਮਰਦਾਨਿਆ ਸੌਦਾ ਤਾਂ ਸਹੀ ਮਿਲਿਆ, ਪਰ ਕਿਹਨੇ ਦਿੱਤਾ ਇਹ? ਕਹਿੰਦੇ ਜੀ ਫਲਾਣੇ ਨੇ। ਕਹਿੰਦੇ ਜਾ ਉਹਨੂੰ ਬੁਲਾ ਕੇ ਲਿਆ ਮੂਲੇ ਖੱਤਰੀ ਨੂੰ। ਭਾਈ ਮਰਦਾਨਾ ਜੀ ਕਹਿੰਦੇ ਬੁਲਾਉਣ ਵਾਸਤੇ ਚਲੇ ਗਏ। ਅਤੇ ਜਿਸ ਵੇਲੇ ਗੁਰੂ ਪਿਆਰਿਓ ਮਿਲਾ ਕੇ ਲਿਆਂਦਾ, ਪਾਤਸ਼ਾਹ ਕਹਿੰਦੇ ਮੂਲਿਆ ਸੌਦਾ ਤੂੰ ਸਹੀ ਦਿੱਤਾ ਹੈ, ਪਰ ਕੀ ਤੈਨੂੰ ਇਸ ਗੱਲ 'ਤੇ ਭਰੋਸਾ ਹੈ ਵੀ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ? ਕਹਿੰਦੇ ਹਾਂ ਜੀ ਤੁਹਾਡੀ ਕਿਰਪਾ ਹੈ, ਸਾਧੂਆਂ ਦੀ ਸੰਗਤ ਹੋਈ ਆ। ਕਹਿੰਦੇ ਚੱਲ ਫਿਰ ਹੁਣ ਸਾਡੀ ਵੀ ਸੰਗਤ ਕਰ। ਅਤੇ 6 ਮਹੀਨੇ ਭਾਈ ਮੂਲੇ ਨੂੰ ਆਪਣੇ ਨਾਲ ਹੀ ਰੱਖਿਆ। ਹੁਣ ਪਿੱਛੇ ਪਰਿਵਾਰ ਦੁਖੀ ਹੋ ਗਿਆ, ਘਰ ਵਾਲੀ ਦੁਖੀ ਹੋ ਗਈ ਵੀ ਇਹ ਸਾਧ ਮੇਰੇ ਘਰ ਵਾਲੇ ਨੂੰ ਨਾਲ ਲੈ ਗਿਆ, ਸਾਡਾ ਕੰਮ ਖੜ ਗਿਆ। 6 ਮਹੀਨਿਆਂ ਬਾਅਦ ਪਾਤਸ਼ਾਹ ਜੀ ਇੱਕ ਦਿਨ ਕਹਿਣ ਲੱਗੇ ਮੂਲਿਆ ਤੇਰੇ ਘਰੇ ਕਿਸੇ ਨੇ ਸੁਨੇਹਾ ਲਾਤਾ ਕਿ ਤੇਰੇ ਘਰ ਵਾਲੇ ਨੂੰ ਸ਼ੇਰ ਨੇ ਮਾਰਤਾ ਜੰਗਲਾਂ 'ਚ, ਅਤੇ ਤੇਰੀ ਘਰ ਵਾਲੀ ਮਰਨ ਨੂੰ ਤਿਆਰ ਹੋਈ ਬੈਠੀ ਆ ਘਰੇ ਚਿਖਾ ਚਿਣ ਕੇ। ਹੁਣ ਕਿਵੇਂ ਕਰਨਾ? ਕਹਿੰਦੇ ਮਹਾਰਾਜ ਮੈਨੂੰ ਮਿਲਾਓ ਜਲਦੀ। ਜਿਹੜੀ ਗੱਲ ਕਹਿੰਦਾ ਜੀ ਮਰਨਾ ਸੱਚ ਹੈ, ਹੁਣ ਉਹ ਘਬਰਾ ਗਿਆ, ਕਹਿੰਦਾ ਛੇਤੀ ਮਿਲਾਓ। ਕਿੰਨਾ ਕੁ ਟਾਈਮ ਲੱਗੂ? ਕਹਿੰਦੇ ਟਾਈਮ ਟੂਮ ਦਾ ਕੋਈ ਪਤਾ ਨਹੀਂ, ਚਿਖਾ ਬਣ ਚੁੱਕੀ ਹੈ। ਕਹਿੰਦੇ ਮੇਰੇ ਜਾਂਦੇ ਨੂੰ ਤਾਂ ਮਰ ਜੂਗੀ ਉਹ। ਅਤੇ ਪਾਤਸ਼ਾਹ ਕਹਿੰਦੇ ਚੱਲ ਨੇਤਰ ਬੰਦ ਕਰੋ। ਕਹਿੰਦੇ ਨੇਤਰ ਬੰਦ ਕੀਤੇ ਅਤੇ ਅਗਲੇ ਪਲ ਭਾਈ ਮੂਲੇ ਨੂੰ ਘਰੇ ਪਹੁੰਚਾ ਦਿੱਤਾ। ਹੁਣ ਮੂਲਾ ਘਰੇ ਰਹਿਣ ਲੱਗਿਆ। ਪਾਤਸ਼ਾਹ ਯਾਤਰਾ 'ਤੇ ਚਲੇ ਗਏ, ਕਿਤੇ ਘੁੰਮ ਘੁਮਾ ਕੇ ਯਾਤਰਾ ਤੋਂ ਫਿਰ ਵਾਪਸ ਆਏ ਨਾ, ਅਤੇ ਮਰਦਾਨੇ ਨੂੰ ਕਹਿੰਦੇ ਮਰਦਾਨੇ ਉਹ ਆਪਣੇ ਮਿੱਤਰ ਨੂੰ ਮਿਲ ਕੇ ਆਈਏ ਮੂਲੇ ਨੂੰ। ਕਹਿੰਦੇ ਚਲੋ ਜੀ। ਉਸ ਪਿੰਡ ਦੇ ਬਾਹਰ ਪਾਤਸ਼ਾਹ ਬੈਠ ਗਏ ਔਰ ਮਰਦਾਨੇ ਨੂੰ ਸੱਦਣ ਭੇਜਿਆ। ਜਿਸ ਵੇਲੇ ਆਵਾਜ਼ ਮਾਰੀ ਅਤੇ ਮੂਲੇ ਖੱਤਰੀ ਦੀ ਘਰ ਵਾਲੀ ਨੂੰ ਪਤਾ ਲੱਗਿਆ ਇਹ ਤਾਂ ਉਹੀ ਸਾਧ ਆ।
ਉਹ ਆ ਕੇ ਬਾਹਰ ਕਹਿੰਦੀ ਉਹ ਘਰੇ ਹੈ ਨਹੀਂ ਗਾ। ਘਰ ਵਾਲੇ ਨੂੰ ਕਹਿੰਦੀ ਪਿੱਛੇ ਲੁਕ ਜਾ। ਉਹ ਪਿੱਛੇ ਲੁਕਾ ਦਿੱਤਾ। ਉਹਨੂੰ ਕਹਿੰਦੇ ਘਰੇ ਹੈ ਨਹੀਂ, ਤੇ ਮਰਦਾਨਾ ਕਹਿੰਦਾ ਜੀ ਕਹਿੰਦੇ ਘਰੇ ਹੈ ਨਹੀਂ। ਪਾਤਸ਼ਾਹ ਕਹਿੰਦੇ ਘਰੇ ਤਾਂ ਹੈਗਾ ਉਹ, ਚੱਲ ਆਪਾਂ ਸੱਦ ਕੇ ਲਿਆਉਣੇ ਆ। ਗੁਰੂ ਨਾਨਕ ਦੇਵ ਜੀ ਆ ਗਏ, ਆਵਾਜ਼ ਮਾਰੀ, ਉਹ ਮੂਲਿਆ। ਉਹਦੀ ਘਰ ਵਾਲੀ ਫੇਰ ਬਾਹਰ ਆਈ, ਕਹਿੰਦੀ ਬਾਬਾ ਉਹ ਘਰੇ ਹੈ ਨਹੀਂ ਗਾ। ਉਹਦਾ ਖਿਆਲ ਸੀ ਕਿ ਸਾਧ ਨੇ ਫਿਰ ਨਾਲ ਲੈ ਜਾਣਾ, ਅੱਗੇ 6 ਮਹੀਨੇ ਨਹੀਂ ਮੋੜਿਆ ਸੀਗਾ। ਕਹਿੰਦੀ ਹੈ ਨਹੀਂ ਗਾ। ਬਾਬਾ ਜੀ ਕਹਿੰਦੇ ਮਿਲਾ ਦਿਓ ਭਾਈ। ਬਾਬਾ ਜੀ ਘਰੇ ਹੈ ਨਹੀਂ ਗਾ। ਚੱਲ ਭਾਈ ਨਹੀਂ ਹੋਣਾ, ਤਥਾਸਤੂ। ਸਾਧ ਜਿਹੜਾ ਉਸੇ ਤਰ੍ਹਾਂ ਇੰਨਾ ਬਚਨ ਕਹਿ ਕੇ ਬਾਹਰ 'ਚ ਮੁੜ ਗਿਆ। ਨਾ ਉਹਨੇ ਬਾਹਰ ਖੋਲ੍ਹਿਆ, ਅੰਦਰੋਂ ਹੀ ਆਵਾਜ਼ ਦਿੱਤੀ ਉਹ ਘਰੇ ਹੈ ਨਹੀਂ ਗਾ। ਪਾਤਸ਼ਾਹ ਕਹਿੰਦੇ ਨਹੀਂ ਹੋਣਾ। ਪਾਤਸ਼ਾਹ ਬਾਹਰ ਫਿਰਨੀ 'ਤੇ ਜਾ ਕੇ ਬੈਠ ਗਏ। ਥੋੜ੍ਹੇ ਦੇਰ ਬਾਅਦ ਉਸਨੇ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ, ਆ ਜਾਓ ਜੀ ਆ ਜਾਓ। ਗਿਆ ਸਾਧ, ਉਹ ਨਾ ਆਇਆ। ਜਦ ਪਿੱਛੇ ਸੱਦਣ ਗਈ ਤਾਂ ਪਿੱਛੇ ਸੀਗਾ ਨੌਰਾ, ਪਾਥੀਆਂ ਪੁੱਥੀਆਂ ਵਾਲੇ ਗਵੀਰੇ ਵਗੈਰਾ ਸੀਗੇ। ਪਿੱਛੇ ਜਿੱਥੇ ਲੁਕਿਆ ਸੀ ਉੱਥੋਂ ਸੱਪ ਲੜ ਗਿਆ ਤੇ ਲਿਟੀ ਜਾਵੇ। ਹੁਣ ਝੱਗ ਨਿਕਲੇ ਮੂੰਹ 'ਚੋਂ। ਰੌਲਾ ਪਾਤਾ, ਮਾਰਤੀ ਵੇ, ਪੱਟੀ ਗਈ ਵੇ, ਬਚਾਓ ਵੇ। ਆਂਢੀ ਗੁਆਂਢੀ ਇਕੱਠੇ ਹੋ ਗਏ। ਕੀ ਹੋ ਗਿਆ? ਕਹਿੰਦੀ ਉਹ ਨਨਕਾਣੇ ਵਾਲਾ ਸਾਧ ਆਇਆ ਸੀ ਬਾਬਾ ਨਾਨਕ, ਤੇ ਮੈਂ ਜਵਾਬ ਦੇਤਾ ਘਰੇ ਹੈ ਨਹੀਂ, ਤੇ ਇਹ ਪਿੱਛੇ ਸੀਗਾ ਤੇ ਇਹਦੇ ਸੱਪ ਲੜ ਗਿਆ, ਤੇ ਫਟਾਫਟ ਚੱਕੋ, ਕਿੱਥੇ ਨੇੜੇ ਹੀ ਜਾਂਦਾ ਹੋਣਾ, ਚਲੋ ਮਿਲ ਗਏ। ਗੁਆਂਢੀਆਂ ਨੇ ਕੋਲ ਭੱਜ ਕੇ ਮੰਜੇ 'ਤੇ ਪਾਇਆ, ਉਸ ਨੂੰ ਮੋਢਿਆਂ 'ਤੇ ਮੰਜਾ ਚੱਕਿਆ, ਭੱਜੇ। ਪਿੰਡੋਂ ਬਾਹਰ ਫਿਰਨੀ 'ਤੇ ਬਾਬਾ ਨਾਨਕ ਜੀ ਬੈਠੇ ਸੀ, ਲਿਜਾ ਕੇ ਮੰਜਾ ਰੱਖਤਾ। ਬੀਬੀ ਕਹਿੰਦੀ ਬਚਾਓ ਜੀ ਮਹਾਰਾਜ ਬਚਾਓ, ਮੇਰੇ ਘਰ ਵਾਲੇ ਨੂੰ ਸੱਪ ਲੜ ਗਿਆ। ਬਾਬਾ ਜੀ ਕਹਿੰਦੇ ਕਿੱਥੇ ਸੀਗਾ? ਕਹਿੰਦੀ ਜੀ ਘਰੇ ਹੀ ਸੀਗਾ, ਘਰੋਂ ਹੀ ਲੜਿਆ। ਬਾਬਾ ਜੀ ਕਹਿੰਦੇ ਹੁਣ ਤਾਂ ਘਰੇ ਹੈ ਨਹੀਂ ਗਾ। ਉਹ ਤੂੰ ਜਵਾਬ ਦੇਤਾ ਘਰੇ ਹੈ ਨਹੀਂ ਗਾ, ਤੇ ਹੁਣ ਤਾਂ ਇਹ ਸਰੀਰ ਵਿੱਚ ਵੀ ਹੈ ਨਹੀਂ ਗਾ, ਮਰ ਚੁੱਕਿਆ, ਸੱਪ ਲੜ ਗਿਆ। ਇਸ ਕਰਕੇ ਹੁਣ ਇਹਨੂੰ 10ਵੇਂ ਜਾਮੇ ਦੇ ਵਿੱਚ ਮਿਲਾਵਾਂਗੇ। ਕਹੋ ਸਤਨਾਮ ਸਿੰਘ। ਕੀ ਬਚਨ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਾੜੀਆਂ ਕਿਰਤਾਂ ਕਰਕੇ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ, ਤੇ ਗੁਰੂ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਮਿਲਾ ਸਕਦਾ। ਆਪਾਂ ਸਾਰੇ ਅੱਜ ਬੇਨਤੀਆਂ ਕਰਦੇ ਹਾਂ। ਉਸ ਵੇਲੇ ਮੂਲਾ ਖੱਤਰੀ ਦਾ ਫਿਰ ਸੰਸਕਾਰ ਕਰ ਦਿੱਤਾ। ਫਿਰ 10ਵੇਂ ਜਾਮੇ ਜੋ 10ਵੇਂ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਏ ਹਜ਼ੂਰ ਸਾਹਿਬ ਦੇ ਵਿੱਚ ਵਿਚਰ ਰਹੇ ਸੀ ਨੰਦੇੜ ਦੇ ਵਿੱਚ, ਤਾਂ ਉੱਥੇ ਉਹਨਾਂ ਨੂੰ ਇੱਕ ਦਿਨ ਇੱਕ ਖਰਗੋਸ਼ ਦਿਖਾਈ ਦਿੱਤਾ। ਤੇ ਪਾਤਸ਼ਾਹ ਕਹਿੰਦੇ ਲੱਭ ਗਿਆ, ਲੱਭ ਗਿਆ। ਸਿੰਘ ਕਹਿੰਦੇ ਕੀ ਲੱਭ ਗਿਆ ਜੀ? ਕਹਿੰਦੇ ਆ ਸਾਥੋਂ ਵਿਛੜਿਆ ਹੋਇਆ ਖੱਤਰੀ ਲੱਭ ਗਿਆ। ਕਹੋ ਸਤਨਾਮ ਸ੍ਰੀ। ਤੇ ਇਹਨਾਂ ਕਹਿ ਕੇ ਪਾਤਸ਼ਾਹ ਨੇ ਨਿਸ਼ਾਨਾ ਖਿੱਚਿਆ ਤੇ ਤੀਰ ਛੱਡਤਾ, ਤੇ ਤੀਰ ਦੇ ਨਾਲ ਖਰਗੋਸ਼ ਮਰ ਗਿਆ, ਸਾਹਾ ਮਰ ਗਿਆ। ਮਰਨ ਤੋਂ ਬਾਅਦ ਉਹਦੀ ਰੂਹ ਬਾਹਰ ਨਿਕਲੀ, ਤੇ ਪਾਤਸ਼ਾਹ ਉਸ ਨੂੰ ਕਹਿੰਦੇ ਕੌਣ ਆ ਸਾਹਮਣੇ ਆ? ਕਹਿੰਦੀ ਉਹ ਰੂਹ ਦਿਵਿਆ ਰੂਪ ਧਾਰ ਕੇ ਮਨੁੱਖ ਵਰਗਾ ਸਾਹਮਣੇ ਖੜ ਗਈ। ਪਾਤਸ਼ਾਹ ਕਹਿੰਦੇ ਉਹ ਕੌਣ ਹੈ ਤੂੰ? ਕਹਿੰਦਾ ਜੀ ਮੈਂ ਮੂਲਾ ਖੱਤਰੀ ਹਾਂ। ਖਰਗੋਸ਼ ਕਿਵੇਂ ਬਣ ਗਿਆ? ਕਹਿੰਦਾ ਜੀ ਬਾਬੇ ਨਾਨਕ ਨੂੰ ਮਿਲਿਆ ਨਹੀਂ ਗਾ ਮੈਂ, ਮੇਰੀ ਘਰਵਾਲੀ ਦੇ ਕਾਰਨ ਮੈਂ ਡਰ ਗਿਆ, ਮੈਂ ਅੰਦਰ ਹੀ ਲੁਕ ਗਿਆ, ਤੇ ਉਦੋਂ ਬਾਅਦ ਮੈਂ ਮਰ ਗਿਆ ਸੱਪ ਲੜ ਕੇ, ਤੇ ਉਹਦੇ ਮਰ ਗਿਆ। ਤੇ ਅੱਜ ਤੁਹਾਨੂੰ ਮਿਲਿਆ, ਤੁਹਾਡੀ ਕਿਰਪਾ ਹੋਈ, ਅੱਜ ਮੇਰਾ ਉਧਾਰ ਹੋਇਆ, ਮੈਂ ਮੂਲਾ ਖੱਤਰੀ ਹਾਂ। ਸਿੰਘਾਂ ਨੂੰ ਵੀ ਤਸੱਲੀ ਕਰਾਈ ਪਾਤਸ਼ਾਹ ਜੀ ਨੇ, ਇਉਂ ਮੂਲਾ ਖੱਤਰੀ ਦਾ ਉਧਾਰ ਕੀਤਾ। ਤੇ ਆਪਾਂ ਵੀ ਕਿੱਡਿਆਂ ਦੇ ਵਿਛੜੇ ਹੋਏ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਸਮੇਂ ਬਾਅਦ ਆਪਾਂ ਨੂੰ ਸਰੀਰ ਦਿੱਤਾ ਗਿਆ ਹੈ, ਸਿੰਜ ਕੇ ਭਾਵ ਬਣਾ ਕੇ। ਮਾਤਾ ਪਿਤਾ ਦੀ ਕਿਰਪਾ ਦੇ ਨਾਲ ਮਨੁੱਖਾ ਸਰੀਰ ਬਣਿਆ, ਤੇ ਜਿਨ੍ਹਾਂ 'ਤੇ ਪਰਮੇਸ਼ਰ ਦੀ ਦਇਆ ਹੋਈ ਉਹਨਾਂ ਰੂਹਾਂ ਨੂੰ ਮਨੁੱਖਾ ਜਾਮੇ ਵਿੱਚ ਪਾ ਦਿੱਤਾ। ਅੱਜ ਆਪਾਂ ਬੇਨਤੀ ਕਰਦੇ ਹਾਂ, 12 ਮਾਹਾਂ ਦੀ ਕਥਾ ਆਰੰਭ ਹੋਈ ਲੜੀ ਮੁਤਾਬਕ। ਪਾਤਸ਼ਾਹ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦਾ ਦਿਸ ਭਰਮੇ। ਦੇਖੋ ਨਨਕਾਣਾ ਸਾਹਿਬ ਤੋਂ ਵਿਛੜਿਆ ਮੂਲਾ ਖੱਤਰੀ, ਤੇ ਕਿੱਥੇ ਕਿੱਥੇ ਪਤਾ ਨਹੀਂ ਟੇਢੀਆਂ ਜੂਨਾਂ ਕਿੰਨੀਆਂ ਉਹਨੇ ਧਾਰਨ ਕੀਤੀਆਂ, ਤੇ ਉਹ ਜਾ ਕੇ ਨੰਦੇੜ ਸਾਹਿਬ 'ਚੋਂ ਲੱਭਿਆ। ਕਹੋ ਸਤਨਾਮ ਸੀ 10ਵੇਂ ਜਾਮੇ 'ਚ। ਇਸੇ ਤਰ੍ਹਾਂ ਹੀ ਆਪਣੀ ਵੀ ਇਹ ਹਾਲਤ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਆਪਣੇ ਮਾੜੇ ਕਰਮਾਂ ਕਰਕੇ ਮਾਲਕ ਤੋਂ ਵਿਛੜ ਗਿਆ। 4 ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਸ਼ਾਮ ਹੁੰਦੀ ਹੈ ਸ਼ਰਨ, ਜਦੋਂ ਕਿਤੇ ਵੀ ਹੱਥ ਨਾ ਪਵੇ, ਕਿਤੋਂ ਵੀ ਕੰਮ ਨਾ ਬਣੇ, ਤੇ ਫਿਰ ਬੰਦਾ ਅਖੀਰ ਪਰਮੇਸ਼ਰ ਦੇ ਗੁਰੂ ਦੇ ਚਰਨਾਂ ਵਿੱਚ ਆਉਂਦਾ। ਜਿਵੇਂ ਭਾਈ ਭਗਤੂ ਦਾ ਮਾਤਾ ਪਿਤਾ ਬਾਬਾ ਆਦਮ ਤੇ ਉਹਨਾਂ ਦੀ ਮਾਤਾ ਜੀ
ਇਹਨਾਂ ਦੋਨਾਂ ਦੀ ਉਮਰ ਕੋਈ 65-70 ਸਾਲ ਦੀ ਹੋ ਗਈ। ਇਹਨਾਂ ਦੇ ਪੁੱਤਰ ਨਾ ਹੋਇਆ, ਕੋਈ ਬੱਚਾ ਨਾ ਹੋਇਆ, ਨਾ ਲੜਕੀ ਨਾ ਪੁੱਤਰ। ਬਹੁਤ ਇਹਨਾਂ ਦੇ ਉਪਾਅ ਕੀਤੇ, ਗੱਲ ਨਾ ਬਣੀ ਤੇ ਅਖੀਰ ਇਹ ਚੌਥੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਚਲੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ। ਜਦ ਉੱਥੇ ਗਏ ਤੇ ਫਿਰ ਉੱਥੇ ਇਹਨਾਂ ਨੂੰ ਦਾਤ ਮਿਲੀ, ਸੇਵਾ ਕੀਤੀ ਇਹਨਾਂ ਨੇ, ਇਹਨਾਂ ਦੀ ਸੇਵਾ ਪ੍ਰਵਾਨ ਹੋਈ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਬੇ ਆਲਮ ਦੀ ਸੇਵਾ ਤੇ ਖੁਸ਼ ਹੋ ਕੇ ਪੁੱਛਿਆ, ਬੋਲ ਬਾਬਾ ਤੈਨੂੰ ਕੀ ਚਾਹੀਦਾ? ਤੇ ਬਾਬਾ ਜੀ ਕਹਿਣ ਲੱਗੇ, ਜੀ ਕੁਛ ਨਹੀਂ ਚਾਹੀਦਾ, ਨਹੀਂ ਤੂੰ ਮੰਗ ਲੈ। ਕਿਉਂਕਿ ਉਮਰ ਵੇਖਦਾ 65-70 ਸਾਲ ਦੀ ਵੀ, ਹੁਣ ਜੇ ਮੈਂ ਪੁੱਤਰ ਦੀ ਬੇਨਤੀ ਕਰਾਂ ਤੇ ਗੱਲ ਨਹੀਂ ਬਣਦੀ। ਬਾਬਾ ਜੀ ਕਹਿੰਦੇ ਫਿਰ ਕਹਿੰਦੇ ਮੰਗ ਲੈ ਕੁਛ, ਕਹਿੰਦੇ ਨਹੀਂ ਜੀ ਕੁਛ ਨਹੀਂ ਚਾਹੀਦਾ। ਕਹਿੰਦੇ ਜੋ ਲੈਣ ਆਇਆ ਤੂੰ ਮੰਗਦਾ ਨਹੀਂ, ਕੱਲ੍ਹ ਨੂੰ ਤੇਰੀ ਘਰਵਾਲੀ ਨਾਲ ਲੈ ਕੇ ਆਈ। ਇਹਨੇ ਘਰੇ ਜਾ ਕੇ ਆਪਣੇ ਘਰਵਾਲੇ ਨੂੰ ਦੱਸਿਆ ਵੀ ਅੱਜ ਮਹਾਰਾਜ ਬੜੇ ਉਤਰੁੱਠੇ ਸੀ, ਖੁਸ਼ ਹੋਏ ਸੀ। ਉਹ ਕਹਿੰਦੇ ਸੀ ਮੰਗ ਲੈ ਕੁਛ, ਤੇ ਪਰ ਮੈਂ ਤਾਂ ਮੰਗਿਆ ਨਹੀਂ, ਭਗਵਾਨ ਨੇ ਕੱਲ੍ਹ ਨੂੰ ਤੈਨੂੰ ਸੱਦਿਆ। ਦੂਜੇ ਦਿਨ ਮਾਤਾ ਜੀ ਗਏ, ਪਾਤਸ਼ਾਹ ਕਹਿੰਦੇ ਬੇਬੇ ਤੈਨੂੰ ਕੀ ਚਾਹੀਦਾ ਬੋਲ, ਤੁਹਾਡੀ ਸੇਵਾ 'ਤੇ ਮੈਂ ਖੁਸ਼ ਹਾਂ, ਸੰਗਤਾਂ ਦੀ ਸੇਵਾ ਕੀਤੀ। ਠੰਡ ਦੇ ਮਹੀਨੇ ਵਿੱਚ ਤੁਸੀਂ ਸੰਗਤਾਂ ਨੂੰ ਧੂਣੀਆਂ ਪਾ ਕੇ ਛਕਾਇਆ। ਤਾਂ ਉਸ ਵੇਲੇ ਫਿਰ ਗੁਰੂ ਪਿਆਰੋ ਮਾਤਾ ਜੀ ਕਹਿੰਦੇ ਜੀ ਸਾਡੇ ਬੱਚਾ ਨਹੀਂ ਹੈ, ਪੁੱਤਰ ਨਹੀਂ ਹੈ, ਕਿਰਪਾ ਕਰੋ, ਸਾਡੀ ਜ਼ਮੀਨ ਜਾਇਦਾਦ ਬਹੁਤ ਹੈ ਪਰ ਸਭ ਐਵੇਂ ਹੀ ਜਾਂਦੀ ਹੈ। ਤੇ ਗੁਰੂ ਰਾਮਦਾਸ ਜੀ ਨੇ ਨੇਤਰ ਬੰਦ ਕੀਤੇ ਔਰ ਫਿਰ ਖੋਲ੍ਹ ਕੇ ਕਹਿੰਦੇ ਤੁਹਾਡੇ ਭਾਗਾਂ ਵਿੱਚ ਤਾਂ ਲਿਖਿਆ ਹੀ ਨਹੀਂਗਾ, ਪਰ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ, ਇਹਦੇ ਬਦਲੇ ਦੇਣਾ ਪੈਣਾ ਸਾਨੂੰ। ਸਾਡੇ 4 ਪੁੱਤਰ ਹੋਣੇ ਸੀ, 3 ਹੋ ਗਏ ਨਾ, ਪ੍ਰਿਥੀ ਚੰਦ, ਅਰਜਨ ਦੇਵ ਤੇ ਮਹਾਦੇਵ, ਤੇ ਚੌਥਾ ਤੁਹਾਡੇ ਘਰੇ ਭੇਜ ਦਿੰਦੇ ਆ। ਕਹੋ ਸਤਨਾਮ ਸ੍ਰੀ। ਹੁਣ ਚੌਥਾ ਪੁੱਤਰ ਤੁਹਾਡੇ ਘਰ ਪੈਦਾ ਹੋਵੇਗਾ, ਉਹ ਭਗਤੀ ਭਾਵਨਾ ਵਾਲਾ ਬੱਚਾ ਹੈ, ਉਹਦਾ ਨਾਂ ਭਗਤੂ ਰੱਖਿਓ। ਕਹੋ ਸਤਨਾਮ ਸ੍ਰੀ। ਫਿਰ ਬਾਬੇ ਆਦਮ ਨੇ ਘਰੇ ਭਾਈ ਭਗਤੂ ਪੈਦਾ ਹੋਏ ਤੇ 5ਵੇਂ ਪਾਤਸ਼ਾਹ ਜੀ ਨੇ ਭਗਤੂ ਨੂੰ ਭਾਈ ਦਾ ਤਖਾਲਰ ਦਿੱਤਾ, ਕਿਉਂਕਿ 5ਵੇਂ ਪਾਤਸ਼ਾਹ ਨੂੰ ਪਤਾ ਸੀਗਾ ਕਿ ਇਹਨੇ ਸਾਡਾ ਚੌਥਾ ਭਾਈ ਬਣਨਾ ਸੀਗਾ। ਪਰ ਰਾਮਦਾਸ ਪਿਤਾ ਜੀ ਨੇ ਇਸ ਨੂੰ ਬਾਬੇ ਆਦਮ ਦੀ ਸੇਵਾ ਕਰਕੇ ਉਹਨਾਂ ਦੇ ਘਰੇ ਜਨਮ ਦਿੱਤਾ ਹੈ। ਕਹੋ ਸਤਨਾਮ ਸ੍ਰੀ। ਇਸ ਕਰਕੇ ਇਸ ਕੁੱਲ ਨੂੰ ਭਾਈ ਦਾ ਤਖਾਲਸ ਮਿਲਿਆ। ਭਾਈ ਭਗਤੂ, ਭਾਈ ਬਹਿਲੋ, ਭਾਈ ਸਾਲੋ, ਇਹ ਸਾਰੀ ਇੱਕੋ ਹੀ ਵੰਸ਼ ਆ। ਤੇ ਗੁਰੂ ਅਰਜਨ ਦੇਵ ਜੀ ਨੂੰ ਭਾਈ ਕਿਹਾ। ਖੈਰ 4 ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਸਿੱਖ ਆ ਕੇ ਜਦੋਂ ਗੁਰੂ ਅੱਗੇ ਬੇਨਤੀ ਕਰਦਾ ਕਿ ਮੈਂ ਥੱਕ ਹਾਰ ਕੇ ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਕਿਰਪਾ ਕਰਕੇ ਮੇਰਾ ਉਧਾਰ ਕਰ, ਮੈਨੂੰ ਦੁਬਾਰਾ ਮਿਲਾ। ਬਾਬਾ ਜੀ ਕਹਿੰਦੇ ਤੇਰੇ ਵਿੱਚ ਗੁਣ ਕੀ ਆ? ਬਿਨ ਗੁਣ ਕੀਤੇ ਭਗਤ ਨਾ ਹੋਏ, ਤੇ ਭਗਤੀ ਤੋਂ ਬਿਨਾਂ ਮਿਲਾਪ ਨਹੀਂ ਹੁੰਦਾ। ਗੁਣ ਹੋਣੇ ਚਾਹੀਦੇ ਆ ਨਾ, ਚੰਗੇ ਗੁਣ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਇਹ ਸਿੱਖ ਦੀ ਬੇਨਤੀ ਆ, ਅੱਗੇ ਗੁਰੂ ਦਾ ਜਵਾਬ ਸੁਣ ਲਓ। ਢੇਨ ਦੁੱਧੈ ਤੇ ਬਾਹਰੀ ਕਿਤੇ ਨ ਆਵੇ ਕਾਮ। ਜਿਹੜੀ ਗਾਂ ਦੁੱਧ ਨਹੀਂ ਦਿੰਦੀ ਉਹਨੂੰ ਕੋਈ ਨਹੀਂ ਸੰਭਾਲਦਾ। ਬੰਦੇ ਦੀ ਵੀ ਇੱਜ਼ਤ ਗੁਣਾ ਕਰਕੇ ਹੁੰਦੀ ਹੈ, ਜਾਂ ਮਾਇਆ ਕਰਕੇ ਹੁੰਦੀ ਹੈ, ਜਾਂ ਗੁਣਾ ਕਰਕੇ ਹੁੰਦੀ ਹੈ। ਮਹਾਂਪੁਰਸ਼ ਹੈ, ਰਾਗੀ ਸਿੰਘ ਹੈ, ਗ੍ਰੰਥੀ ਸਿੰਘ ਹੈ, ਕਥਾਵਾਚਕ ਹੈ, ਹੋਰ ਸਾਰੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤਾਂ ਉਹਨਾਂ ਦੇ ਗੁਣਾ ਕਰਕੇ ਕਰਦੇ ਹਾਂ ਨਾ। ਕਹੋ ਸਤਨਾਮ ਸ੍ਰੀ। ਵੱਡੇ ਵੱਡੇ ਮਹਾਂਪੁਰਸ਼ ਦੁਨੀਆ ਵਿੱਚ ਹੋ ਕੇ ਗਏ, ਜਿਨ੍ਹਾਂ ਨੂੰ ਦੁਨੀਆ ਅੱਜ ਯਾਦ ਕਰਦੀ ਆ, ਉਹਨਾਂ ਦੇ ਗੁਣਾ ਕਰਕੇ। ਤੇ ਜੇ ਬੰਦੇ ਵਿੱਚ ਗੁਣ ਨਾ ਹੋਣ ਤੇ ਕੋਈ ਪੁੱਛਦਾ ਨਹੀਂ ਉਸ ਨੂੰ। ਜਿਵੇਂ ਗਊ ਦੁੱਧ ਨਾ ਦੇਵੇ ਤੇ ਉਹਨੂੰ ਕੋਈ ਸੰਭਾਲਦਾ ਨਹੀਂ। ਢੇਣ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਤੇ ਗੁਣ ਪੈਦਾ ਹੁੰਦੇ ਆ ਭਗਤੀ ਨਾਲ, ਭਗਤੀ ਹੁੰਦੀ ਆ ਗੁਣਾਂ ਦੇ ਨਾਲ। ਉਸੇ ਤਰ੍ਹਾਂ ਜਲ ਬਿਨ ਸਾਹ ਕੁਮਲਾਵਤੀ। ਗੁਣ ਪੈਦਾ ਹੋਣਗੇ ਬਾਣੀ ਨਾਲ। ਜਿਵੇਂ ਸ਼ਾਖਾ ਜਿਹੜੀ ਟਾਹਣੀ ਸੁੱਕਦੀ ਹੈ, ਪੱਤੇ ਨਿਕਲਦੇ ਨਹੀਂ, ਕਿਉਂਕਿ ਉਹਨੂੰ ਪਾਣੀ ਨਹੀਂ ਮਿਲਦਾ। ਤੇ ਜਦ ਪਾਣੀ ਮਿਲਿਆ ਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਣਗੇ। ਕਹੋ ਸਤਨਾਮ ਸ੍ਰੀ। ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ। ਦਾਮ ਕਹਿੰਦੀ ਹੈ ਪੱਤਿਆਂ ਨੂੰ, ਦਮੜਾ ਰੁਪਈਏ ਨੂੰ ਵੀ ਕਹਿੰਦੇ ਆ, ਪਰ ਇੱਥੇ ਸ਼ਾਖਾ ਟਾਹਣੀ ਲਿਖੀ ਹੈ ਤਾਂ ਮਤਲਬ ਪੱਤੇ ਹੈ। ਜਿਵੇਂ ਪਾਣੀ ਤੋਂ ਬਗੈਰ ਦਰਖਤ ਦੇ ਪੱਤੇ ਨਹੀਂ ਨਿਕਲਦੇ, ਐਵੇਂ ਹੀ ਇਹ ਜੀਵ ਇਸਤਰੀ ਹਰ ਨਾਹਾ ਨ ਮਿਲੀਐ ਸਾਜਣ ਕਤ ਪਾਈਐ ਵਿਸ਼ਰਾਮ। ਜਿੰਨਾ ਚਿਰ ਜੀਵ ਇਸਤਰੀ ਆਪਣੇ ਮਾਲਕ ਨਾਲ ਨਹੀਂ ਮਿਲਦੀ, ਇਹਨੂੰ ਸ਼ਾਂਤੀ ਕਿਵੇਂ ਆ ਸਕਦੀ ਆ? ਇਹਨੂੰ ਸੁੱਖ ਕਿਵੇਂ ਮਿਲ ਸਕਦਾ?
ਜਿਤ ਘਰ ਹਰ ਕੰਤ ਨ ਪ੍ਰਗਟਈ, ਜਿਸ ਘਰ ਵਿੱਚ ਘਰ ਦਾ ਮਾਲਕ ਨਾ ਹੋਵੇ, ਭੱਠ ਨਗਰ ਸੇ ਗ੍ਰਾਮ, ਉਹ ਘਰ ਵਾਲੇ ਪਰਿਵਾਰ ਦੇ ਮੈਂਬਰ ਬੜੇ ਦੁਖੀ ਹੁੰਦੇ ਆ, ਮਾਨੋ ਉਹ ਘਰ ਜਲਦਾ ਹੈ। ਹੁਣ ਉਸ ਘਰ ਦੀ ਉਦਾਹਰਨ ਹੈ, ਗੱਲ ਐਸ ਘਰ ਦੀ ਆ। ਕਾਇਆ ਕਾਮਣ ਸਦਾ ਸੁਹੇਲੀ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਇਸ ਕਰਕੇ ਇਸ ਕਾਇਆ ਦਾ ਪਤੀ ਆ ਸ਼ਬਦ, ਜਿਵੇਂ ਇਸਤਰੀ ਦਾ ਪਤੀ ਹੈ ਮਨੁੱਖ, ਕਹੋ ਸਤਨਾਮ ਸ੍ਰੀ। ਜਿਸ ਪਰਿਵਾਰ ਦਾ ਮਾਲਕ ਮੁਖੀ, ਜਵਾਕਾਂ ਦਾ ਬਾਪ, ਇਸਤਰੀ ਦਾ ਪਤੀ ਜੇ ਸ਼ਾਮਾਂ ਨੂੰ ਘਰੇ ਨਾ ਆਵੇ ਤੇ ਫਿਰ ਕੈਸੀ ਹਾਲਤ ਹੁੰਦੀ ਆ ਘਰ ਵਿੱਚ। ਸਾਰੇ ਘਬਰਾ ਜਾਂਦੇ ਆ, ਤੜਫ ਜਾਂਦੇ ਆ, ਕਿਉਂ ਨਹੀਂ ਆਇਆ, ਕਿੱਧਰ ਗਿਆ। ਤੇ ਜਮਾਂ ਹੀ ਨਹੀਂ ਆਵੇ ਤੇ ਫਿਰ ਬੱਚਿਆਂ ਦਾ ਜੀਵਨ ਔਖਾ ਹੋ ਜਾਂਦਾ, ਘਰ ਵਾਲੇ ਦਾ ਜੀਵਨ ਔਖਾ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਸਰੀਰ ਦੇ ਵਿੱਚ ਹਰੀ ਨਹੀਂ ਵਸਦਾ, ਹਰੀ ਦਾ ਸ਼ਬਦ ਨਹੀਂ ਵਸਦਾ, ਉਹ ਸਰੀਰ ਵੀ ਦੁਖੀ ਆ। ਕਹੋ ਸਤਨਾਮ। ਉਹ ਜੀਵ ਆਤਮਾ ਵੀ ਦੁਖੀ ਹਨ। ਪ੍ਰੀਤਮ ਜੀ ਕਹਿੰਦੇ, ਜਿਤ ਘਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ, ਉਹ ਨਗਰ, ਉਹ ਘਰ, ਉਹ ਪਿੰਡ, ਉਹ ਪਿੰਡੇ, ਉਹ ਸਰੀਰ ਭੱਠੇ ਦੀ ਤਰ੍ਹਾਂ ਸੜਦੇ ਆ। ਸਰਬ ਸਿਗਾਰ ਤੰਬੋਲ ਰਸ, ਉਹ ਜਿਹੜੀਆਂ ਇਸਤਰੀਆਂ ਜਿਨ੍ਹਾਂ ਦਾ ਪਤੀ ਨਾ ਹੋਵੇ, ਉਹਨਾਂ ਨੂੰ ਸ਼ਿੰਗਾਰ ਕਰਨਾ ਚੰਗਾ ਲੱਗਦਾ ਕਿਤੇ? ਉਹਨਾਂ ਨੂੰ ਚੰਗੀਆਂ ਚੀਜ਼ਾਂ ਖਾਣੀਆਂ, ਘਰ ਦੇ ਵਿੱਚ ਰਸਦਾਰ ਚੀਜ਼ਾਂ ਖਾਣੀਆਂ ਕਿਤੇ ਚੰਗੀਆਂ ਲੱਗਦੀਆਂ? ਭਾਵ ਜਿਸ ਮੁਖ ਨਾਮ ਨਾ ਉਪਜੈ, ਉੱਪਰ ਹੈ, ਜਿਹੇ ਮੁਖ ਨਾਮ ਨਾ ਉਪਜੈ, ਜਿਸ ਮੁਖ ਦੇ ਵਿੱਚੋਂ ਨਾਮ ਨਹੀਂ ਜਪਿਆ ਜਾਂਦਾ, ਉਹ ਜੋ ਕੁਝ ਖਾਂਦੇ ਆ ਉਹ ਵੀ ਬੇਕਾਰ ਹੈ। ਕਹੋ ਸਤਨਾਮ। ਕਿਉਂਕਿ ਰੱਬ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ, ਪਰਮੇਸ਼ਰ ਦਾ ਸਿਮਰਨ ਬੜਾ ਜ਼ਰੂਰੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਜਿਸ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਜਿਸ ਘਰ ਵਿੱਚ ਪਰਮੇਸ਼ਰ ਨਹੀਂ ਵਸਿਆ, ਜਿਵੇਂ ਸੰਸਾਰੀ ਘਰ ਵਿੱਚ ਪਤੀ ਨਾ ਵਸੇ, ਮਾਲਕ ਨਾ ਆਵੇ ਤੇ ਬੱਚੇ ਦੁਖੀ, ਘਰ ਵਾਲੀ ਦੁਖੀ, ਉਸੇ ਤਰ੍ਹਾਂ ਹੀ ਸਾਡਾ ਸਰੀਰ ਦੁਖੀ ਆ, ਸਾਡੀਆਂ ਇੰਦਰੀਆਂ ਦੁਖੀ ਆ, ਸਾਡੇ ਹੱਥ ਬਾਂਹ ਟੁੱਟਦੇ ਆ, ਲੱਤਾਂ ਬਾਹਾਂ ਟੁੱਟਦੀਆਂ, ਦੁਖਦੀਆਂ। ਫਰੀਦਾ ਅੱਜ ਨ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਹੇ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ। ਬੜੇ ਲੰਬੇ ਸਮੇਂ ਤੋਂ ਮੈਂ ਮਾਲਕ ਨਾਲ ਜੁੜੀ ਸੀ, ਨਿਤਨੇਮ ਕਰਦੀ ਸੀ, ਪਰ ਅੱਜ ਮੈਂ ਮਾਲਕ ਨਾਲ ਨਹੀਂ ਜੁੜੀ। ਅੱਜ ਮੇਰਾ ਨਾਗਾ ਪੈ ਗਿਆ ਤੇ ਅੱਜ ਸਰੀਰ ਟੁੱਟ ਰਿਹਾ। ਭਾਵ ਆਦਤ ਪੈ ਗਈ ਨਾ, ਕਿਸੇ ਚੀਜ਼ ਦੀ ਆਦਤ ਪੈ ਜਾਵੇ, ਜਿੱਦੇ ਉਹ ਆਦਤ ਪੂਰੀ ਨਾ ਹੋਵੇ ਉਹਦੇ ਸਰੀਰ ਦੁਖੀ ਹੋ ਜਾਂਦਾ। ਨਿਤਨੇਮ ਦੀ ਆਦਤ ਪੈ ਗਈ, ਅੱਜ ਮੈਂ ਮਾਲਕ ਨਾਲ ਜੁੜਿਆ ਨਹੀਂ, ਮੇਰਾ ਧਿਆਨ ਨਹੀਂ ਲੱਗਿਆ ਤੇ ਅੱਜ ਮੇਰਾ ਸਰੀਰ ਟੁੱਟਦਾ ਹੈ। ਕਹੋ ਸਤਨਾਮ ਸ੍ਰੀ। ਅੰਗ ਮੁੜੇ ਮੁੜ ਜਾਹੇ। ਪ੍ਰੀਤਮ ਜੀ ਕਹਿੰਦੇ, ਜਿਤ ਘਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ, ਸਰਬ ਸਿਗਾਰ ਤੰਬੋਲ ਰਸ। ਤੰਬੋਲ ਹੁੰਦਾ ਹੈਗਾ ਖਾਣ ਪੀਣ ਦੀਆਂ ਵਸਤੂਆਂ, 36 ਪ੍ਰਕਾਰ ਦੇ ਭੋਜਨ। ਸਰਬ ਸ਼ਿੰਗਾਰ, ਪਹਿਨਣ ਵਾਲੇ ਸ਼ਿੰਗਾਰ, ਕੱਪੜੇ ਗਹਿਣੇ ਆਦਿ। ਔਰ ਸੁੰਦਰ ਦੇਹੀ ਵੀ ਹੋਵੇ ਪਰ ਪਤੀ ਨਾ ਹੋਵੇ। ਸਣ ਦੇਹੀ ਸਭ ਕਹਾਂ ਖਾਮ, ਇਹ ਸਭ ਕੁਝ ਮਿੱਟੀ ਆ ਉਹਦੇ ਵਾਸਤੇ। ਕੋ ਸਤਨਾਮ। ਜਿਵੇਂ ਇਸਤਰੀ ਦੇ ਵਾਸਤੇ ਚੰਗੇ ਭੋਜਨ ਵੀ ਮਿੱਟੀ ਹਨ, ਗਹਿਣੇ ਵੀ ਬੇਕਾਰ ਲੱਗਦੇ ਆ, ਚੰਗੇ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਮਾਲਕ ਤੋਂ ਬਗੈਰ। ਉਸੇ ਤਰ੍ਹਾਂ ਹੀ ਜਿਹੜੇ ਲੋਕ ਸਾਰੇ ਸ਼ਿੰਗਾਰ ਤਾਂ ਕਰਦੇ ਆ ਰੱਬ ਦੀਆਂ ਦਿੱਤੀਆਂ ਦਾਤਾਂ ਦੇ, ਪਰ ਰੱਬ ਨੂੰ ਯਾਦ ਨਹੀਂ ਕਰਦੇ, ਉਹਨਾਂ ਵਾਸਤੇ ਸਭ ਮਿੱਟੀ ਹੋ ਜਾਣਾ। ਕਹੋ ਸਤਨਾਮ ਸ੍ਰੀ। ਉਦਾਹਰਨ ਦਿੱਤੀ ਆ ਸੰਸਾਰ ਦੀ, ਗੱਲ ਕੀਤੀ ਆ ਅੰਦਰ ਦੀ। ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰਿਆ ਜੇ ਜੀਵਨ ਜੀਆ, ਸੋ ਕਿਉਂ ਵਿਸਰਿਆ ਜੀ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਲੱਖ ਨਾ ਹੁੰਦਾ ਜਾਣਨਾ, ਗੁਰੂ ਦੀ ਕਿਰਪਾ ਸਦਕਾ ਇਸ ਗੱਲ ਨੂੰ ਕੋਈ ਬਿਰਲਾ ਸਮਝਦਾ ਹੈ ਵੀ ਜਿਹੜੇ ਦਾਤੇ ਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰੀਆ ਵੀ ਕਰ ਲਿਆ ਕਰੀਏ। ਕਹੋ ਸਤਨਾਮ। ਅੰਮ੍ਰਿਤ ਵੇਲੇ ਉੱਠ ਕੇ ਫਿਰ ਦਾਤਾਂ ਉਹਨੇ ਦੇਣੀਆਂ ਨਾ, ਸ਼ੁਕਰੀਆ ਕਰੇ ਬਿਨਾਂ ਦਾਤਾਂ ਨਹੀਂ ਦੇਣੀਆਂ ਉਸਨੇ, ਉਹਦਾ ਸ਼ੁਕਰੀਆ ਕਰਨਾ ਬੜਾ ਜ਼ਰੂਰੀ ਹੈ। ਤਾਂ ਉਹ ਜੀਵ ਇਸਤਰੀ ਭਾਵੇਂ ਜੀਵ ਆਤਮਾ ਜਿਹਨੇ ਸਰੀਰ ਪਹਿਨਿਆ ਹੈ, ਜਿਹਨੇ ਆ ਮਨੁੱਖਾ ਜਾਮਾ ਧਾਰਨ ਕੀਤਾ ਹੈ, ਅਗਲੇ ਜੀਵ ਆਤਮਾ ਮਾਲਕ ਨਾਲ ਨਹੀਂ ਜੁੜਦੀ, ਗੁਰੂ ਵਾਲੀ ਨਹੀਂ ਬਣਦੀ ਤੇ ਅਖੀਰ ਇਹ ਜਾਮਾ ਛੁੱਟ ਜਾਣਾ ਹੈ।
ਮਨੁੱਖਾ ਸਰੀਰ ਛੱਡ ਦੇਣਾ ਹੈ, ਫਿਰ ਟੇਢੀਆਂ ਜੂਨਾਂ ਫਿਰ ਤਿਆਰ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਮਿੱਟੀ ਵਿੱਚ ਮਿਲ ਜਾਣਾ। ਇੱਕ ਮਨੁੱਖ ਹੀ ਹੈ ਨਾ ਜਿਹੜਾ ਨਹਾਉਂਦਾ ਧੋਂਦਾ, ਸੋਹਣੇ ਕੱਪੜੇ ਪਾਉਂਦਾ, ਸਾਫ ਸੁਥਰਾ ਰਹਿੰਦਾ, ਅਤੇ ਬਾਕੀ ਸਾਰੀਆਂ ਜੂਨਾਂ ਤਾਂ ਮਿੱਟੀ 'ਚ ਹੀ ਲਿਟਦੀਆਂ। ਕੋਈ ਸਤਨਾਮ ਸੀ, ਚਾਹੇ ਪਸ਼ੂ ਹੈ, ਚਾਹੇ ਜਾਨਵਰ ਹੈ, ਚਾਹੇ ਕੁੱਤੇ ਬਿੱਲੇ ਆ, ਚਾਹੇ ਸੱਪ ਠੂਹੇ ਆ, ਇਹ ਸਾਰੇ ਮਿੱਟੀ 'ਚ ਹੀ ਰਹਿੰਦੇ ਆ। ਸਣ ਦੇ ਹੀ ਸਭ ਖਾਮ, ਉਹ ਜੀਵ ਆਤਮਾ ਮਿੱਟੀ ਵਿੱਚ ਰੁਲ ਜਾਂਦੀ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਇਹ ਮਨੁੱਖਾ ਜਾਮਾ ਪਰਮੇਸ਼ਰ ਤੋਂ ਬਿਨਾਂ, ਇਹ ਮਾਨਸ ਜਾਮਾ ਪਰਮੇਸ਼ਰ ਤੋਂ ਬਿਨਾਂ, ਇਹ ਜੀਵ ਮਨੁੱਖ ਗੁਰੂ ਤੋਂ ਬਿਨਾਂ ਦੁਖੀ ਆ, ਜਿਵੇਂ ਕੰਤ ਤੋਂ ਬਗੈਰ ਇਸਤਰੀ ਦੁਖੀ ਆ। ਇਹ ਉਦਾਹਰਨ ਹੈ ਦੋ। ਕੰਤ ਤੋਂ ਬਿਨਾਂ ਜਿਵੇਂ ਇਸਤਰੀ ਦੁਖੀ ਹੈ, ਉਸੇ ਤਰ੍ਹਾਂ ਮਨੁੱਖ ਗੁਰੂ ਤੋਂ ਬਗੈਰ, ਜੀਵ ਆਤਮਾ ਪਰਮਾਤਮਾ ਤੋਂ ਬਗੈਰ ਉਸੇ ਤਰ੍ਹਾਂ ਦੁਖੀ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਵਿਹੂਣਾ ਹੁੰਦਾ ਖਾਲੀ। ਮਨੁੱਖ ਗੁਰੂ ਵਾਲਾ ਨਹੀਂ ਬਣਿਆ, ਜੀਵ ਆਤਮਾ ਪਰਮੇਸ਼ਰ ਨਾਲ ਨਹੀਂ ਜੁੜੀ, ਇਸਤਰੀ ਦਾ ਪਤੀ ਨਹੀਂ ਹੈ, ਇਹ ਤਿੰਨੇ ਬਰਾਬਰ ਦੁਖੀ ਹੈ, ਇੱਕੋ ਜਿਹੇ। ਕੋ ਸਤਨਾਮ ਸੀ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਜਿਹੜੇ ਤੁਹਾਡੇ ਮਿੱਤਰ ਹਨ ਉਹੀ ਤੁਹਾਡੇ ਜਮਦੂਤ ਬਣ ਜਾਣਗੇ, ਦੁਖਦਾਈ ਬਣ ਜਾਣਗੇ। ਜਿਨ੍ਹਾਂ ਨੂੰ ਆਪਣੇ ਮਿੱਤਰ ਸਮਝਦੇ ਆ ਨਾ, ਪਰਮੇਸ਼ਰ ਨੂੰ ਛੱਡ ਕੇ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋ ਹੈ ਭਾਏ ਬਗੋਚੀਆ ਗਲ ਪਈ ਸੋ ਜਮ ਕੀ ਫਾਸ, ਜੇਹਾ ਬੀਜਿਆ ਸੋ ਲੁਣਾ ਮੱਥਾ ਜੋ ਲਿਖੇ ਆਸ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਦੁਨੀਆ ਵਿੱਚੋਂ। ਉਹ ਬੰਦੇ ਨਿਰਾਸ਼ ਹੋ ਕੇ ਮਰਦੇ ਆ। ਕਈ ਕਹਿੰਦੇ ਆ ਨਾ ਇੱਦੋਂ ਤਾਂ ਮਰ ਜੀਏ, ਕਿਉਂ? ਕਿਉਂਕਿ ਮਾਲਕ ਨਾਲ ਨਹੀਂ ਜੁੜੇ ਹੋਏ, ਤਾਈਏ ਇਹੋ ਜਿਹੇ ਖਿਆਲ ਆਉਂਦੇ ਆ ਅੰਦਰੋਂ। ਕੋਈ ਸਤਨਾਮ ਸੀ। ਉੱਠ ਚੱਲੀ ਗਈ ਨਿਰਾਸ਼, ਤੇ ਕੌਣ ਬਚਿਆ? ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਆਖਰੀ ਪੰਕਤੀਆਂ ਵੱਲ ਚੱਲੀਏ। ਨਾਨਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ, ਇਹ ਨਾਨਕ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦਿਓ, ਜੇ ਇੰਨੀ ਲੋੜ ਆ। ਪਿਛਲੀਆਂ 4-5 ਪੰਕਤੀਆਂ ਸੁਣ ਲਈਆਂ ਨਾ, ਗੁਰੂ ਵਾਲਾ ਬਣੇ ਬਿਨਾਂ ਗੱਲ ਨਹੀਂ ਬਣਨੀ। ਅਤੇ ਆਖਰੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਆਓ ਬੇਨਤੀ ਕਰੀਏ। ਪੰਜਵੇਂ ਨਾਨਕ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ। ਹੇ ਗੁਰੂ ਪਰਮੇਸ਼ਰ, ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ, ਮੈਨੂੰ ਉਹ ਪਤੀ ਦਵਾ ਦਿਓ ਜਿਹਦਾ ਘਰ ਕਦੇ ਖਤਮ ਹੀ ਨਹੀਂ ਹੁੰਦਾ, ਜਿਹੜਾ ਖੁਦ ਕਦੇ ਖਤਮ ਨਹੀਂ ਹੁੰਦਾ। ਉਹ ਪਰਮੇਸ਼ਰ ਹੈ ਜਿਹੜਾ ਮਰਦਾ ਨਹੀਂ। ਸਾਨੂੰ ਉਹ ਸੁਹਾਗਣ ਮਿਲਾ ਦਿਓ। ਲਾਵਾਂ ਦੀ ਚੌਥੀ ਲਾਮ ਦੇ ਵਿੱਚ ਕੀ ਕਹਿੰਦੇ ਆ? ਵਰ ਪਾਇਆ ਅਬਨਾਸ਼ੀ ਜੀਓ। ਬਾਹਰ ਆਪਾਂ ਵਿਆਹ ਕਰਦੇ ਹਾਂ ਬੱਚੇ ਬੱਚੀ ਦਾ, ਲੜਕੀ ਨੂੰ ਵਰ ਮਿਲ ਗਿਆ, ਪਤੀ ਮਿਲ ਗਿਆ, ਪਰ ਅੰਦਰੂਨੀ ਤੌਰ 'ਤੇ ਲਾਵਾਂ ਦਾ ਪਾਠ ਜਿਹੜਾ ਹੈ ਸਾਨੂੰ ਪਰਮੇਸ਼ਰ ਰੂਪੀ ਵਰ ਨਾਲ ਵੀ ਮਿਲਾਉਂਦਾ ਹੈ। ਜੀਵ ਆਤਮਾ ਨੂੰ ਪਰਮੇਸ਼ਰ ਰੂਪੀ ਪਤੀ ਨਾਲ ਮਿਲਾਉਂਦਾ ਹੈ। ਤਾਂ ਤੇ ਚੌਥੀ ਲਾਮ ਦੇ ਵਿੱਚ ਜਾ ਕੇ ਕਹਿੰਦੇ ਵਰ ਪਾਇਆ ਅਬਨਾਸ਼ੀ ਜੀਓ, ਕਿਰਪਾ ਕਰਕੇ ਸਾਨੂੰ ਉਸ ਅਬਨਾਸ਼ੀ ਪਰਮੇਸ਼ਰ ਨਾਲ ਮਿਲਾ ਦਿਓ ਜਿਹਦਾ ਘਰ ਸਦਾ ਰਹਿਣ ਵਾਲਾ ਹੈ, ਕਦੇ ਖਤਮ ਹੋਣ ਵਾਲਾ ਨਹੀਂ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਇੱਥੋਂ 12 ਮਾਹਾਂ ਦੀ ਆਰੰਭਤਾ ਕਰਦੇ ਹੈ। ਫਿਰ ਗੁਰੂ ਅਰਜਨ ਦੇਵ ਜੀ ਉਪਦੇਸ਼ ਦਿੰਦੇ ਹਨ। ਦੇਸੀ ਸਾਲ ਦਾ ਪਹਿਲਾ ਮਹੀਨਾ ਚੇਤ, ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਕਨਾ। ਆ ਜੇ ਤੂੰ ਮਿਲਣਾ ਚਾਹੁੰਦਾ ਤਾਂ ਮੈਂ ਤੈਨੂੰ ਦੱਸਾਂ ਕਿਵੇਂ ਮਿਲਿਆ ਜਾਵੇਗਾ। ਚੇਤ ਦਾ ਮਹੀਨਾ ਸਾਨੂੰ ਕੀ ਉਪਦੇਸ਼ ਦਿੰਦਾ ਹੈ, ਇਹ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।